ਦੇਖੋ 37 ਸਾਲ ਲੰਘ ਗਏ ਆ ਉਸ ਘੱਲੂਘਾਰੇ ਨੂੰ, ਜਿਹਨੂੰ ਤੀਜਾ ਘੱਲੂਘਾਰਾ ਸੀ ਉਹਦਾ ਨਾਂ ਦਿੱਤਾ ਸੀ। ਦੋ ਘੱਲੂਘਾਰੇ ਪਹਿਲਾਂ ਸਿੱਖ ਇਤਿਹਾਸ 'ਚ ਹੋ ਚੁੱਕੇ ਆ। ਤੇ ਘੱਲੂਘਾਰਾ ਮਤਲਬ ਇਹ ਹੁੰਦਾ ਵੀ ਜਦੋਂ ਦੋ ਲੜਨ ਵਾਲੇ ਇਨੋਸੈਂਟ ਜਾਂ ਮਤਲਬ ਕਿ ਆਮ ਲੋਕਾਂ ਦੇ ਉੱਤੇ ਕੋਈ ਹਥਿਆਰਬੰਦ ਫੌਜਾਂ ਹਮਲਾ ਕਰ ਦੇਣ ਤੇ ਉਹਨਾਂ ਦਾ ਨੁਕਸਾਨ ਕਰਨ, ਅਸੀਂ ਉਹਨੂੰ ਘੱਲੂਘਾਰਾ ਕਹਿੰਦੇ ਹਾਂ। ਸਿੱਖਾਂ ਦੇ ਦੋ ਪਹਿਲੇ ਘੱਲੂਘਾਰਿਆਂ 'ਚ ਵੀ ਸਿੱਖਾਂ ਦਾ ਨੁਕਸਾਨ ਹੋਇਆ ਸੀ, ਔਰਤਾਂ ਬੱਚੇ ਮਾਰੇ ਗਏ ਸੀ। ਇਹ ਤੀਜੇ 'ਚ ਵੀ ਬਹੁਤ ਜ਼ਿਆਦਾ ਇਸੇ ਕਿਸਮ ਦਾ ਲੜਨ ਵਾਲੇ ਬੰਦੇ ਥੋੜ੍ਹੇ ਸੀ ਤੇ ਬਾਕੀਆਂ ਦਾ ਬਹੁਤ ਨੁਕਸਾਨ ਹੋਇਆ ਜੀ। ਉਦੋਂ ਤਾਂ ਇਹੀ ਲੱਗਦਾ ਸੀ ਵੀ ਇਹ ਸਿੱਖਾਂ ਨੂੰ ਅੰਦਰੋਂ ਜਿਹੜੇ ਬੈਠੇ ਆ ਅਪਰਾਧੀ ਲੋਕ ਆ ਜਾਂਦੇ ਆ ਬਾਹਰੋਂ ਮਾਰ ਮੁਰਾ ਕੇ, ਉਹ ਸਾਰੇ ਉਹਨਾਂ ਨੂੰ ਅੰਦਰੋਂ ਬਾਹਰ ਕੱਢਣਾ। ਕਿਉਂਕਿ ਮੈਂ ਉਦੋਂ UNI ਦਾ ਪੱਤਰਕਾਰ ਸੀ ਉੱਥੇ। ਮੈਂ ਧਰਮ ਯੁੱਧ ਮੋਰਚਾ ਜਿਹੜਾ 4 ਅਗਸਤ 1982 ਨੂੰ ਚੱਲਿਆ ਸੀ, ਉਸ ਤੋਂ ਲਗਾਤਾਰ ਅਸੀਂ ਉਸ ਨੂੰ ਕਵਰ ਕਰਦੇ ਆ ਰਹੇ ਸੀ। ਤਾਂ ਉਦੋਂ ਉਹਨਾਂ ਦਿਨਾਂ ਵਿੱਚ ਪ੍ਰਿੰਟ ਮੀਡੀਆ ਹੁੰਦਾ ਸੀ, ਆ ਮੋਬਾਈਲ ਵਗੈਰਾ ਤਾਂ ਡਿਜੀਟਲ ਮੀਡੀਆ ਤਾਂ ਨੇੜੇ ਤੇੜੇ ਵੀ ਨਹੀਂ ਸੀ। ਜਦੋਂ ਹਮਲਾ ਹੋਣ ਦੀ ਗੱਲ ਹੋਈ ਤੇ ਹਮਲਾ ਹੋਇਆ ਸੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਤੇ, ਕੱਲ੍ਹ ਦੇ ਦਿਨ ਤੇ ਸਮਝੋ, ਉਹ ਇਹੀ ਦਿਨ ਸੀਗਾ। 3 ਤਰੀਕ ਨੂੰ ਹਮਲੇ ਦਾ ਮਾਹੌਲ ਵੱਜ ਗਿਆ ਸੀ ਤੇ ਹਮਲੇ ਦਾ ਮਾਹੌਲ ਇੰਨਾ ਜ਼ੋਰ ਸ਼ੋਰ ਨਾਲ ਆਲੇ ਦੁਆਲੇ ਸਾਨੂੰ ਪਤਾ ਲੱਗ ਗਿਆ ਸੀ ਵੀ ਹੁਣ ਪੁਲਿਸ ਫੌਜ ਆ ਰਹੀ ਹੈ। ਕਿਉਂਕਿ 1 ਤਰੀਕ ਨੂੰ CRP ਨੇ ਸਾਰਾ ਦਿਨ ਤਕਰੀਬਨ 9-10 ਵਜੇ, ਅਸੀਂ ਹਜੇ ਆਪਦੇ ਦਫ਼ਤਰਾਂ ਤੋਂ ਇੱਧਰ ਦਰਬਾਰ ਸਾਹਿਬ ਵੱਲ ਨੂੰ ਆਉਣਾ ਹੀ ਸੀ ਤੇ ਉਦੋਂ ਹੀ ਉਹਨਾਂ ਨੇ ਗੋਲਾਬਾਰੀ ਸ਼ੁਰੂ ਕਰਤੀ। ਸਿੱਧੀ ਪ੍ਰਕਰਮਾਂ ਦੇ ਵਿੱਚ ਉਹਨਾਂ ਨੇ 4 ਫਿਰ ਗੋਲੀਆਂ ਚਲਾਈਆਂ। ਕਈ ਥਾਵਾਂ ਉੱਤੇ ਥੰਮ ਸੀ, ਜਿਹੜੇ ਪਿੱਲਰ ਸੀਗੇ ਸੀਮੈਂਟ ਦੇ ਪਿੱਲਰ ਜਾਂ ਸੰਗਮਰਮਰ ਦੇ ਪਿੱਲਰ ਆ ਪ੍ਰਕਰਮਾਂ ਵਿੱਚ, ਉਹਨਾਂ ਦੀਆਂ ਵੀ ਚਿਪੜਾਂ ਤੇ ਲਈਆਂ ਹੋਈਆਂ ਸੀ। ਸਾਰਾ ਇਹ ਲੱਗਦਾ ਸੀ ਵੱਡੇ ਗੋਲੇ ਵੀ ਦਾਗੇ ਗਏ ਆ। 3 ਤਰੀਕ ਨੂੰ ਅਸੀਂ ਸਾਰੇ ਦਰਬਾਰ ਸਾਹਿਬ ਵਿੱਚ ਜਿਹੜੇ ਲੋਕਲ ਪੱਤਰਕਾਰ ਸੀ ਉਹ ਇਕੱਠੇ ਹੋ ਕੇ ਗਏ। ਇਹ ਕੋਈ 3 ਵਜੇ ਦਾ ਟਾਈਮ ਹੋਊਗਾ। ਅਸੀਂ ਸੰਤ ਨੂੰ ਉੱਥੇ ਜਾ ਕੇ ਮਿਲ ਕੇ ਆਏ। ਅਕਾਲ ਤਖਤ ਦੇ ਪਿਛਲੇ ਪਾਸੇ ਉਹ ਬੜੀਆਂ ਉਹਨਾਂ ਦਿਨਾਂ ਵਿੱਚ ਪੁਰਾਣੇ ਅਕਾਲ ਤਖਤ ਦੀਆਂ ਭੀੜੀਆਂ ਜੀਆਂ ਪੌੜੀਆਂ ਸੀਗੀਆਂ, ਇੱਕ ਰੱਸਾ ਬੰਨਿਆ ਹੁੰਦਾ ਸੀ, ਉਹਦੇ ਨਾਲ ਅਸੀਂ ਕੱਲਾ ਬੰਦਾ ਹੀ ਜਾ ਸਕਦਾ ਸੀ। ਆਏ ਅਸੀਂ ਫਿਰ ਉਸ ਸੰਤ ਨੂੰ ਮਿਲ ਕੇ ਆਏ। ਸੰਤ ਪਿਛਲੇ ਪਾਸੇ ਛੋਟੇ ਜਿਹੇ ਕਮਰੇ 'ਚ ਬੈਠਾ ਸੀ। ਸੰਤ ਨੇ ਬਸ ਇੰਨੀ ਗੱਲ ਹੀ ਕਹੀ ਹੈ ਵੀ ਆਹ ਦੇਖ ਲਓ, ਹੁਣ 4 ਚੁਫੇਰੇ ਆ ਗਈਆਂ, ਹੁਣ ਸਾਡੇ ਕੋਲ ਕੋਈ ਚਾਰਾ ਨਹੀਂ, ਅਸੀਂ ਸ਼ਹੀਦੀਆਂ ਪਾਵਾਂਗੇ। ਸਟਾਰ ਕੈਨੇਡਾ TV ਦੇਖ ਰਹੇ ਤਮਾਮ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਕਿ ਮੱਖਣ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਦੋਸਤੋ, ਸਾਨੂੰ ਸਭ ਨੂੰ ਪਤਾ ਹੈ ਕਿ ਜੂਨ ਦਾ ਮਹੀਨਾ ਚੱਲ ਰਿਹਾ ਹੈ। 1984 ਦੇ ਵਿੱਚ ਜੂਨ ਦੇ ਮਹੀਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸ਼੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਹੁੰਦਾ ਹੈ, ਜਿਸ ਨੂੰ ਤੀਜਾ ਘੱਲੂਘਾਰਾ ਦਾ ਨਾਮ ਦਿੱਤਾ ਜਾਂਦਾ ਹੈ। ਉਸ ਸਮੇਂ UNI ਦੇ ਪੱਤਰਕਾਰ ਜਸਪਾਲ ਸਿੰਘ ਜੀ, ਜਿਨ੍ਹਾਂ ਨੇ ਉਸ ਪੂਰੇ ਦ੍ਰਿਸ਼ ਨੂੰ ਕਵਰ ਕੀਤਾ ਤੇ ਆਪਣੇ ਅੱਖੀਂ ਦੇਖਿਆ, ਅੱਜ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਇਸ ਤੀਜੇ ਘੱਲੂਘਾਰੇ ਬਾਰੇ ਅਸੀਂ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਉਸ ਸਮੇਂ ਦਾ ਦ੍ਰਿਸ਼ ਕੀ ਸੀ ਤੇ ਕਿੱਡਾ ਦਰਦਨਾਕ ਸੀ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਸਰ, ਜਿੱਦਾਂ ਕਿ ਅਸੀਂ ਗੱਲ ਕੀਤੀ ਹੈ ਤੀਜੇ ਘੱਲੂਘਾਰੇ ਦੀ, ਤੁਸੀਂ ਉਸ ਸਮੇਂ ਖੁਦ ਉੱਥੇ ਮੌਜੂਦ ਸੀ, ਤੁਸੀਂ ਉਸ ਪੂਰੇ ਦ੍ਰਿਸ਼ ਨੂੰ ਆਪਣੇ ਅੱਖੀਂ ਦੇਖਿਆ ਹੈ, ਤਾਂ ਕੀ ਲੱਗਦਾ ਹੈ ਜਦੋਂ ਅੱਜ ਵੀ ਤੁਹਾਡੇ ਜ਼ਿਹਨ ਵਿੱਚ ਉਹ ਸਾਰਾ ਪੂਰੇ ਦਾ ਪੂਰਾ ਦ੍ਰਿਸ਼, ਉਹ ਲਾਸ਼ਾਂ, ਉਹ ਗੋਲੀਆਂ ਦੀਆਂ ਆਵਾਜ਼ਾਂ, ਉਹ ਬੰਬ ਦੀਆਂ ਆਵਾਜ਼ਾਂ ਆਉਂਦੀਆਂ ਨੇ, ਤੇ ਕੀ ਇੱਕ ਮਨ ਦੀ ਆਵਾਜ਼ ਕੀ ਕਹਿੰਦੀ ਹੈ ਤੁਹਾਡੇ? ਦੇਖੋ 37 ਸਾਲ ਲੰਘ ਗਏ ਆ ਉਸ ਘੱਲੂਘਾਰੇ ਨੂੰ, ਜਿਹਨੂੰ ਤੀਜਾ ਘੱਲੂਘਾਰਾ ਸੀ ਉਹਦਾ ਨਾਂ ਦਿੱਤਾ ਸੀ। 2 ਘੱਲੂਘਾਰੇ ਪਹਿਲਾਂ ਸਿੱਖ ਇਤਿਹਾਸ 'ਚ ਹੋ ਚੁੱਕੇ ਆ। ਤੇ ਘੱਲੂਘਾਰਾ ਮਤਲਬ ਇਹ ਹੁੰਦਾ ਵੀ ਜਦੋਂ ਦੋ ਲੜਨ ਵਾਲੇ ਇਨੋਸੈਂਟ ਜਾਂ ਮਤਲਬ ਕਿ ਆਮ ਲੋਕਾਂ ਦੇ ਉੱਤੇ ਕੋਈ ਹਥਿਆਰਬੰਦ ਫੌਜਾਂ ਹਮਲਾ ਕਰ ਦੇਣ ਤੇ ਉਹਨਾਂ ਦਾ ਨੁਕਸਾਨ ਕਰਨ, ਅਸੀਂ ਉਹਨੂੰ ਘੱਲੂਘਾਰਾ ਕਹਿੰਦੇ ਹਾਂ। ਸਿੱਖਾਂ ਦੇ ਦੋ ਪਹਿਲੇ ਘੱਲੂਘਾਰਿਆਂ 'ਚ ਵੀ ਸਿੱਖਾਂ ਦਾ ਨੁਕਸਾਨ ਹੋਇਆ ਸੀ, ਔਰਤਾਂ ਬੱਚੇ ਮਾਰੇ ਗਏ ਸੀ। ਇਹ ਤੀਜੇ 'ਚ ਵੀ ਬਹੁਤ ਜ਼ਿਆਦਾ ਇਸੇ ਕਿਸਮ ਦਾ ਲੜਨ ਵਾਲੇ ਬੰਦੇ ਥੋੜ੍ਹੇ ਸੀ ਤੇ ਬਾਕੀਆਂ ਦਾ ਬਹੁਤ ਨੁਕਸਾਨ ਹੋਇਆ ਜੀ, ਤੇ ਲੜੇ ਵੀ ਕੁਛ ਅੰਦਰੋਂ। ਇਸ ਨੂੰ ਇਸ ਕਰਕੇ ਅਸੀਂ ਤੀਜਾ ਘੱਲੂਘਾਰਾ ਕਹਿੰਦੇ ਹਾਂ। ਹੁਣ 38ਵੀਂ ਬਰਸੀ ਹੈ ਇਹਦੀ।
ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ। ਫੌਜੀ ਹਮਲਾ ਆਪਣੇ ਆਪ ਵਿੱਚ ਇੱਕ ਖਾਸ ਐਡਾ ਵੱਡਾ ਇਸ ਕਿਸਮ ਦਾ ਸੀ, ਜਿਹਦੇ ਨਾਲ ਸਾਰੇ ਦੇਸ਼ ਦੀ ਉਦੋਂ ਤਾਂ ਇਹੀ ਲੱਗਦਾ ਸੀ ਵੀ ਇਹ ਸਿੱਖਾਂ ਨੂੰ ਅੰਦਰੋਂ ਜਿਹੜੇ ਬੈਠੇ ਆ ਅਪਰਾਧੀ ਲੋਕ ਆ ਜਾਂਦੇ ਆ ਬਾਹਰੋਂ ਮਾਰ ਮੁਰਾ ਕੇ, ਉਹ ਸਾਰੇ ਉਹਨਾਂ ਨੂੰ ਅੰਦਰੋਂ ਬਾਹਰ ਕੱਢਣਾ ਹੈ। ਕਿਉਂਕਿ ਮੈਂ ਉਦੋਂ UNI ਦਾ ਪੱਤਰਕਾਰ ਸੀ ਉੱਥੇ। ਮੈਂ ਧਰਮ ਯੁੱਧ ਮੋਰਚਾ ਜਿਹੜਾ 4 ਅਗਸਤ 1982 ਨੂੰ ਚੱਲਿਆ ਸੀ, ਉਸ ਤੋਂ ਲਗਾਤਾਰ ਅਸੀਂ ਉਸ ਨੂੰ ਕਵਰ ਕਰਦੇ ਆ ਰਹੇ ਸੀ। ਉਹਦੀ ਡੇ ਟੂ ਡੇ ਰਿਪੋਰਟਿੰਗ ਕਰਦੇ ਸੀ। ਰੋਜ਼ ਦੋਨਾਂ ਸੰਤਾਂ ਨੂੰ ਮਿਲਣਾ, ਅਕਾਲੀ ਲੀਡਰਾਂ ਨੂੰ ਮਿਲਣਾ। ਸਾਡੀ ਬੀਟ ਹੀ ਤਕਰੀਬਨ ਦਰਬਾਰ ਸਾਹਿਬ 'ਚ ਜਾਣਾ ਹੁੰਦਾ ਸੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਐਕਟੀਵਿਟੀ ਆ ਸਾਰਾ ਦਿਨ ਉੱਥੇ ਰਹਿਣੀ। ਫਿਰ ਅਸੀਂ ਸ਼ਾਮ ਤੱਕ ਆਪਦੇ ਦਫ਼ਤਰਾਂ 'ਚ ਨੂੰ ਜਾ ਕੇ ਉਹਦੀਆਂ ਖਬਰਾਂ ਦੇਣੀਆਂ, ਜਾਂ ਲੋੜ ਪੈਣ ਤੋਂ ਉੱਥੇ ਵੀ ਵਿੱਚ ਦੀ ਜਾ ਕੇ ਜੇ ਕੋਈ ਵੱਡੀ ਖਬਰ ਹੋ ਗਈ ਤਾਂ ਤੁਰਤ ਜਾ ਕੇ ਉੱਥੇ ਖਬਰ ਭੇਜਣੀ। ਸਾਡੇ ਉਦੋਂ ਉਹਨਾਂ ਦਿਨਾਂ ਵਿੱਚ ਪ੍ਰਿੰਟ ਮੀਡੀਆ ਹੁੰਦਾ ਸੀ, ਆ ਮੋਬਾਈਲ ਵਗੈਰਾ ਤਾਂ ਡਿਜੀਟਲ ਮੀਡੀਆ ਤਾਂ ਨੇੜੇ ਤੇੜੇ ਵੀ ਨਹੀਂ ਸੀ। ਅਤੇ ਸਾਡੇ ਵੀ ਟੈਲੀਫੋਨ ਹੁੰਦੇ ਸੀ ਜਾਂ ਸਾਡੀਆਂ ਟੈਲੀਪ੍ਰਿੰਟਰ ਮਸ਼ੀਨਾਂ ਹੁੰਦੀਆਂ ਸੀ, ਜਿਹੜੀਆਂ ਸਿੱਧੀਆਂ ਉਸ ਦੇ ਐਕਸਚੇਂਜ ਦੇ ਰਾਹੀਂ ਅੱਗੇ ਖਬਰਾਂ ਭੇਜਦੀਆਂ ਹੁੰਦੀਆਂ ਸੀ। ਅਤੇ ਅਸੀਂ ਸਾਡਾ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਏਜੰਸੀਆਂ ਹੁੰਦੀਆਂ ਸੀ, ਉਹਨਾਂ ਦੀ ਇਸ ਕਰਕੇ ਮਹੱਤਤਾ ਜ਼ਿਆਦਾ ਸੀ ਵੀ ਸਾਡੀਆਂ ਖਬਰਾਂ ਸਾਰੇ ਅਖਬਾਰਾਂ 'ਚ ਜਾਂਦੀਆਂ ਸੀ, UNI ਅਤੇ PTI ਦੀਆਂ। ਅਤੇ ਨਾਲ ਦੀ ਨਾਲ ਸਾਡਾ ਆਲ ਇੰਡੀਆ ਰੇਡੀਓ, ਦੂਰਦਰਸ਼ਨ ਅਤੇ ਸਰਕਾਰੀ ਹੋਮ ਮਿਨਿਸਟਰੀ ਦੇ ਦਫ਼ਤਰਾਂ 'ਚ ਵੀ ਸਾਡੇ ਟੈਲੀਪ੍ਰਿੰਟਰ ਅਤੇ ਕਨੈਕਸ਼ਨ ਲੱਗੇ ਹੁੰਦੇ ਸੀ। ਸਾਡੀਆਂ ਖਬਰਾਂ ਲਗਾਤਾਰ 24 ਆਵਰ ਚੱਲਦੀਆਂ ਰਹਿੰਦੀਆਂ, ਜਿਹਦੇ ਵਿੱਚ ਹੋਰ ਸਾਡੇ ਸਾਰੇ ਦੇਸ਼ ਦੇ ਸੈਂਟਰ ਜਾਂ ਵਿਦੇਸ਼ਾਂ ਤੋਂ ਵੀ ਸਾਡਾ ਆਪਸ ਵਿੱਚ ਦੀ ਲਿੰਕ ਸੀਗਾ, ਅਤੇ ਉਹ ਨੈਟਵਰਕ 'ਤੇ ਖਬਰਾਂ ਜਾਂਦੀਆਂ। ਇਸ ਕਰਕੇ ਜਦੋਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਹਮਲਾ ਹੋਣ ਦੀ ਗੱਲ ਹੋਈ, ਅਤੇ ਹਮਲਾ ਹੋਇਆ ਸੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ 'ਤੇ, ਕੱਲ੍ਹ ਦੇ ਦਿਨ 'ਤੇ ਸਮਝੋ। ਉਹ ਇਹੀ ਦਿਨ ਸੀਗਾ 3 ਤਰੀਕ ਨੂੰ ਹਮਲੇ ਦਾ ਮਾਹੌਲ ਵੱਜ ਗਿਆ ਸੀ। ਅਤੇ ਹਮਲੇ ਦਾ ਮਾਹੌਲ ਇੰਨਾ ਜ਼ੋਰ ਸ਼ੋਰ ਨਾਲ ਆਲੇ ਦੁਆਲੇ ਸਾਨੂੰ ਪਤਾ ਲੱਗ ਗਿਆ ਸੀ ਵੀ ਹੁਣ ਪੁਲਿਸ ਫੌਜ ਆ ਰਹੀ ਹੈ। ਕਿਉਂਕਿ 1 ਤਰੀਕ ਨੂੰ CRP ਨੇ ਸਾਰਾ ਦਿਨ ਤਕਰੀਬਨ 9-10 ਵਜੇ, ਅਸੀਂ ਹਜੇ ਆਪਦੇ ਦਫ਼ਤਰਾਂ ਤੋਂ ਇੱਧਰ ਦਰਬਾਰ ਸਾਹਿਬ ਵੱਲ ਨੂੰ ਆਉਣਾ ਹੀ ਸੀ, ਅਤੇ ਉਦੋਂ ਹੀ ਉਹਨਾਂ ਨੇ ਗੋਲਾਬਾਰੀ ਸ਼ੁਰੂ ਕਰਤੀ। ਸਿੱਧੀ ਪਰਿਕਰਮਾ ਦੇ ਵਿੱਚ ਉਹਨਾਂ ਨੇ 4 ਫਿਰ ਗੋਲੀਆਂ ਚਲਾਈਆਂ। MM ਦੇ ਕੁਛ ਵੱਡੇ ਵੀ ਸੀਗੇ, ਇਸ ਕਿਸਮ ਦੇ ਗੋਲੇ ਦਾਗੇ ਗਏ। ਕਿਉਂਕਿ ਦੂਜੇ ਦਿਨ ਸਾਰਾ ਦਿਨ ਚੱਲਦਾ ਰਿਹਾ, ਉਹਦੇ ਵਿੱਚ 7-8-10 ਬੰਦੇ ਵੀ ਮਰੇ। ਐਗਜ਼ੈਕਟ ਗਿਣਤੀ ਇੰਨੀ ਕੀ ਸੀਗੀ, ਅਤੇ ਕੁਛ ਜ਼ਖਮੀ ਹੋਏ। ਟੋਕ ਰਿਹਾ, ਤੁਹਾਨੂੰ ਮਾਫ ਕਰਨਾ, ਪਰ ਇੱਥੇ ਦਰਸ਼ਕਾਂ ਨੂੰ ਇਹ ਵੀ ਜ਼ਰੂਰ ਦੱਸਿਆ ਜਾਵੇ, ਕਿਉਂਕਿ ਬਤੌਰ ਪੱਤਰਕਾਰ ਤੁਸੀਂ ਉੱਥੋਂ ਦਾ ਪੂਰਾ ਜਿਹੜਾ ਬਿਰਤਾਂਤ ਨੂੰ ਕਵਰ ਕੀਤਾ ਹੈਗਾ, ਕਿ ਕਈਆਂ ਦਾ ਕਹਿਣਾ ਹੈਗਾ ਕਿ ਉਹਨਾਂ ਨੇ ਅਟੈਕ ਕਰਨ ਤੋਂ ਪਹਿਲਾਂ ਕੋਈ ਚੇਤਾਵਨੀ ਦਿੱਤੀ ਨਹੀਂ ਸੀ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਚੇਤਾਵਨੀ ਦਿੱਤੀ ਸੀ ਜਾਂ ਵਾਕਈ ਉਹ ਚੇਤਾਵਨੀ ਨਹੀਂ ਦਿੱਤੀ ਸੀ? ਇਹ ਚੇਤਾਵਨੀ ਦੀ ਗੱਲ ਬਾਅਦ 'ਚ ਕਰਦੇ ਹਾਂ। ਇਹਦੀ ਚੇਤਾਵਨੀ ਦੀ ਗੱਲ ਇਸ ਦੇ ਨਾਲ ਨਹੀਂ ਆਉਂਦੀ, 1 ਜੂਨ ਨਾਲ ਨਹੀਂ ਆਉਂਦੀ। 1 ਜੂਨ ਨੂੰ ਤਾਂ CRP ਨੇ ਜਦੋਂ ਹਮਲਾ ਕੀਤਾ, 1 ਜੂਨ ਦੀ ਗੱਲ ਕਰਦਾ ਮੈਂ। ਉਸ ਦਿਨ CRP ਨੇ ਹਮਲਾ ਕੀਤਾ, ਉਹਨੂੰ ਅਸੀਂ ਸ਼ਾਮ ਤੱਕ ਹਮਲਾ ਹੁੰਦਾ ਰਿਹਾ, ਸ਼ਾਮ ਨੂੰ ਜਾ ਕੇ ਬੰਦ ਹੋਇਆ। ਫਿਰ ਹੀ ਜਿਹੜੇ ਜ਼ਖਮੀ ਚੱਕੇ ਗਏ, ਫਿਰ ਹੀ ਡੈੱਡ ਬੋਡੀਆਂ ਜਿਹੜੀਆਂ ਚੱਕ ਕੇ ਲਿਜਾਈਆਂ ਗਈਆਂ। ਉਹਨਾਂ ਵਿੱਚ ਪਹਿਲੀ ਵਾਰੀ ਬੱਬਰਾਂ ਦਾ ਇੱਕ ਮਹਿੰਗਾ ਸਿੰਘ ਹੁੰਦਾ ਸੀਗਾ, ਉਹ ਮਹਿੰਗਾ ਸਿੰਘ ਬੱਬਰ, ਉਹ ਮਾਰਿਆ ਗਿਆ ਸੀ। ਉਹਦਾ ਦੂਜੇ ਦਿਨ ਸੰਸਕਾਰ ਹੋਇਆ। ਦੂਜੇ ਦਿਨ ਕੋਈ ਗੋਲੀ ਨਹੀਂ ਚੱਲੀ ਸਾਰਾ ਦਿਨ। ਅਸੀਂ ਵੀ ਸਾਰੇ ਪੱਤਰਕਾਰਾਂ ਨੇ ਫਿਰ ਪਰਿਕਰਮਾ ਜਾ ਕੇ ਅਤੇ ਉਹ ਸਾਰਾ ਦੇਖਿਆ। ਕਈ ਥਾਵਾਂ ਉੱਤੇ ਥੰਮ ਸੀ, ਜਿਹੜੇ ਪਿੱਲਰ ਸੀਗੇ, ਸੀਮੈਂਟ ਦੇ ਪਿੱਲਰ ਜਾਂ ਸੰਗਮਰਮਰ ਦੇ ਪਿੱਲਰ ਹੈ ਪਰਿਕਰਮਾ ਵਿੱਚ, ਉਹਨਾਂ ਦੀਆਂ ਵੀ ਚਿੱਪੜਾਂ ਅਤੇ ਲਈਆਂ ਹੋਈਆਂ ਸੀ ਸਾਰਾ। ਇਹ ਲੱਗਦਾ ਸੀ ਵੱਡੇ ਗੋਲੇ ਵੀ ਦਾਗੇ ਗਏ ਆ ਉਸ ਦਿਨ। ਅਸੀਂ ਫਿਰ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਵੀ ਇਹ ਟੈਸਟ ਫਾਇਰ ਹੈ, ਕਿਉਂਕਿ ਅੰਦਰੋਂ ਕਿਸੇ ਨੇ ਵੀ, ਜਿਹੜਾ ਦਰਬਾਰ ਸਾਹਿਬ ਦੇ ਅੰਦਰੋਂ ਸੰਤ ਦੇ ਜਥੇ ਦੇ ਬੰਦਿਆਂ ਨੇ ਜਾਂ ਫੈਡਰੇਸ਼ਨ ਦੇ ਬੰਦਿਆਂ ਨੇ, ਕਿਸੇ ਵੀ ਲੜਨ ਵਾਲੇ ਬੰਦਿਆਂ ਨੇ, ਹਥਿਆਰਬੰਦ ਬੰਦਿਆਂ ਨੇ ਅੰਦਰੋਂ ਉਹਦਾ ਜਵਾਬ ਗੋਲੀ ਦਾ ਨਹੀਂ ਦਿੱਤਾ। ਗੋਲੀ ਚੱਲਦੀ ਰਹੀ, 7-8 ਘੰਟੇ ਚੱਲੀ, ਅਤੇ ਇਹ CRP ਵੱਲੋਂ ਸੀਗਾ। ਇਸੇ ਕਰਕੇ ਇਹਨੂੰ ਟੈਸਟ ਫਾਇਰ ਕਿਹਾ ਜਾਂਦਾ ਵੀ ਪਤਾ ਲੱਗੂ ਵੀ ਉਹ ਲੋਕੇਸ਼ਨਾਂ ਕਿਹੜੀਆਂ 'ਤੇ ਉਹ ਅੰਦਰ ਲੁਕੇ ਹੋਏ ਆ, ਛੁਪੇ ਹੋਏ ਆ ਦਰਬਾਰ ਸਾਹਿਬ 'ਚ, ਵੀ ਫੌਜ ਨੂੰ ਇਸ ਗੱਲ ਦਾ ਇਲਮ ਹੋ ਜੂ ਪਹਿਲਾਂ ਹੀ। ਇਸ ਕਰਕੇ ਉਹਨੂੰ ਟੈਸਟ ਫਾਇਰ ਕਿਹਾ ਜਾਂਦਾ। ਇਹ ਉਦੋਂ ਪਿੱਛੋਂ 3 ਤਰੀਕ ਨੂੰ ਅਸੀਂ ਸਾਰੇ ਦਰਬਾਰ ਸਾਹਿਬ ਵਿੱਚ ਜਿਹੜੇ ਲੋਕਲ ਪੱਤਰਕਾਰ ਸੀ ਉਹ ਇਕੱਠੇ ਹੋ ਕੇ ਗਏ। ਇਹ ਕੋਈ 3 ਵਜੇ ਦਾ ਟਾਈਮ ਹੋਊਗਾ। ਅਸੀਂ ਸੰਤ ਨੂੰ ਉੱਥੇ ਜਾ ਕੇ ਮਿਲ ਕੇ ਆਏ
ਤਖਤ ਅਕਾਲ ਤਖਤ ਦੇ ਪਿਛਲੇ ਪਾਸੇ ਉਹ ਬੜੀਆਂ ਉਹਨਾਂ ਦਿਨਾਂ ਵਿੱਚ ਪੁਰਾਣੇ ਅਕਾਲ ਤਖਤ ਦੀਆਂ ਭੀੜੀਆਂ ਜੀਆਂ ਪੌੜੀਆਂ ਸੀਗੀਆਂ, ਇੱਕ ਰੱਸਾ ਬੰਨਿਆ ਹੁੰਦਾ ਸੀ, ਉਹਦੇ ਨਾਲ ਅਸੀਂ ਕੱਲਾ ਬੰਦਾ ਹੀ ਜਾ ਸਕਦਾ ਸੀ। ਆਏ ਅਸੀਂ ਫਿਰ ਉਸ ਸੰਤ ਨੂੰ ਮਿਲ ਕੇ ਆਏ। ਸੰਤ ਪਿਛਲੇ ਪਾਸੇ ਛੋਟੇ ਜਿਹੇ ਕਮਰੇ 'ਚ ਬੈਠਾ ਸੀ ਤੇ ਫਤੂਈ ਪਾਈ ਵੀ ਸੀ, ਕਸ਼ਹਿਰਾ ਸੀ, ਸਿਰ ਤੇ ਪਟਕਾ ਸੀ ਕੇਸਰੀ ਬੰਨਿਆ ਛੋਟਾ ਜਿਹਾ, ਤੇ ਗਰਮੀ ਬਹੁਤ ਸੀ, ਕੋਈ ਪੱਖਾ ਨਹੀਂ ਸੀ ਚੱਲ ਰਿਹਾ। ਹਰਮੰਦਰ ਸੰਧੂ, ਅਮਰੀਕ ਸਿੰਘ ਤੇ ਹੋਰ ਸਾਰੇ ਨੇੜੇ ਦੇ ਜਿਹੜੇ ਉਹਦੇ ਨੇੜੇ ਦੇ ਸਿੰਘ ਸੀਗੇ ਉਹ ਬੈਠੇ ਸੀਗੇ, ਤੇ ਗੱਲਾਂ ਉੱਥੇ ਉਸ ਵੇਲੇ ਕੀ ਹੋਣੀਆਂ ਸੀ ਨਾ ਹੋ ਸਕਦੀਆਂ ਸੀ। ਤੇ ਲੱਗ ਰਿਹਾ ਸੀ ਵੀ ਹੁਣ ਸਾਰਾ ਮੌਕੇ 'ਤੇ ਆ ਗਿਆ, ਕਿਉਂਕਿ ਬਾਹਰ ਅਸੀਂ ਸਾਰਾ ਜਿਹੜਾ ਆਰਮੀ ਦਾ ਪੂਰੀ ਘੇਰਾਬੰਦੀ ਸੀ ਉਹ ਅਸੀਂ ਦੇਖ ਲਈ ਸੀ, ਤੇ ਕਰਫਿਊ 'ਚ ਥੋੜ੍ਹਾ ਚਿਰ ਦੀ ਢਿੱਲ ਸੀ ਜਿਹਦੇ 'ਚ ਅਸੀਂ ਗਏ ਸੀਗੇ, ਤੇ ਫਿਰ ਉਦੋਂ ਪਿੱਛੋਂ ਫਿਰ ਕਰਫਿਊ ਲੱਗ ਗਿਆ ਸੀ। ਤੇ ਜਿਹੜਾ ਤੁਸੀਂ ਗੱਲ ਕਰਦੇ ਹੋ ਵੀ ਉਦੋਂ ਪਿੱਛੋਂ ਵਾਰਨਿੰਗ ਨਹੀਂ ਦਿੱਤੀ, ਉਸ ਦੇ ਪਿੱਛੋਂ ਅਸੀਂ ਕਰਫਿਊ ਦੇ ਵਿੱਚ ਬਾਹਰ ਆ ਗਏ। ਤਾਂ ਮੈਂ ਉਦੋਂ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਨ ਕਰਕੇ ਬਹੁਤ ਜ਼ਿਆਦਾ ਸ਼ਰਧਾਲੂ ਅੰਦਰ ਸੀਗੇ, ਤੇ ਮੈਨੂੰ ਵੀ ਜਦੋਂ ਅਸੀਂ ਜੋੜੇ ਲੈਣ ਲੱਗੇ, ਮੇਰੇ ਯਾਦ ਹੈ ਮੈਨੂੰ ਕੁਝ ਔਰਤਾਂ ਨੇ ਪੁੱਛਿਆ ਵੀ ਅਸੀਂ ਹੁਣ ਕਿਵੇਂ ਜਾਵਾਂਗੇ ਬਾਹਰ, ਕਹਿੰਦੇ ਕਰਫਿਊ ਲੱਗਿਆ ਹੋਇਆ। ਤੇ ਮੈਂ ਕਿਹਾ ਵੀ ਕਰਫਿਊ 'ਚ ਢਿੱਲ ਮਿਲ ਜੂਗੀ, ਤੇ ਢਿੱਲ ਦੇ ਵਿੱਚ ਤੁਸੀਂ ਨਿਕਲ ਜਾਓ। ਹੁਣ ਇਹ 3:30 ਵਜੇ ਦੀ ਗੱਲ ਹੈ, ਗਰਮੀ ਬਹੁਤ ਜ਼ਿਆਦਾ ਸੀ, ਤੇ ਉਹਦੇ ਵਿੱਚ ਅਸੀਂ ਫਿਰ ਉੱਥੇ ਜੁੱਤੇ ਪਾ ਕੇ ਜੋੜੇ ਲੈ ਕੇ ਆਪਣੇ ਸੰਤ ਲੌਂਗੋਵਾਲ ਨੂੰ ਮਿਲਣ ਗਏ। ਪਰ ਮੈਨੂੰ ਪਤਾ ਲੱਗਿਆ ਵੀ ਉਦੋਂ ਢਿੱਲ ਅੰਦਰ ਜਿਹੜਾ ਕਿ ਕਹਿ ਰਹੇ ਸੀ, ਬਾਹਰ ਅਨਾਊਂਸਮੈਂਟ ਹੋ ਰਹੀ ਸੀ, ਪਬਲਿਕ ਰਿਲੇਸ਼ਨ ਦੀ ਗੱਡੀ ਘੰਟਾ ਘਰ ਤੋਂ ਬਾਹਰ ਪਰੇ ਦੁਕਾਨਾਂ ਦੇ ਕੋਲੇ ਖੜੀ ਸੀ, ਉੱਥੋਂ ਉਮੀਦ ਨਹੀਂ ਵੀ ਕੋਈ ਅੰਦਰ ਆਵਾਜ਼ ਆਈ ਹੋਊਗੀ ਜਾਂ ਸੁਣਿਆ ਹੋਊ ਕਿਸੇ ਨੂੰ। ਜਿਹੜਾ ਕਹਿੰਦੇ ਆ ਵਾਰੀ ਅਸੀਂ ਪਹਿਲਾਂ ਵਾਰਨਿੰਗ ਦਿੱਤੀ ਸੀ, ਅੰਦਰ ਸੁਣਾਈ ਸੀ। ਇਹਦਾ ਸਬੂਤ ਇਹ ਹੈ ਬਈ ਉਹਨਾਂ ਦਿਨਾਂ ਵਿੱਚ ਓਂਕਾਰ ਸਿੰਘ ਗਰਾਇਆ ਕੈਪਟਨ ਸੀਗਾ, ਜਿਹੜਾ ਮਗਰੋਂ ਬ੍ਰਿਗੇਡੀਅਰ ਰਿਟਾਇਰ ਹੋਇਆ। ਉਹਨੇ ਆਪਦੀ ਕਿਤਾਬ 5-7 ਸਾਲ ਪਹਿਲਾਂ ਉਹਦੀ ਆ ਗਈ ਹੈ, ਉਹਨੇ ਅੱਖੀ ਡਿੱਠਾ ਵਿਟਨੈਸ ਸਾਰਾ ਹਾਲ ਦਿੱਤਾ, ਜਿਹੜਾ ਕਿ ਉਦੋਂ ਅੰਦਰ ਸੀ। ਉਹ ਕਹਿੰਦਾ ਵੀ ਮੈਨੂੰ ਨਹੀਂ ਉਮੀਦ ਵੀ ਅੰਦਰ ਕਿਸੇ ਨੂੰ ਸੁਣਾਈ ਦਿੱਤਾ ਹੋਵੇਗਾ, ਇਸ ਕਰਕੇ ਬਹੁਤ ਥੋੜ੍ਹੇ ਬੰਦੇ ਕੋਈ ਇੱਧਰ ਗੁਰੂ ਨਾਨਕ ਨਿਵਾਸ ਤੋਂ ਕਿਸੇ ਇੱਧਰਲੇ ਪਾਸੇ ਬਾਹਰ ਲੰਗਰ ਵਾਲੇ ਪਾਸੇ ਖੜੇ ਥੋੜ੍ਹੇ ਬੰਦੇ ਨਿਕਲ ਗਏ ਹੋਣਗੇ, ਪਰ ਬੰਦੇ ਬਹੁਤ ਸੀ ਅੰਦਰ, ਲੇਡੀਜ਼ ਬਹੁਤ ਸੀ, ਬੱਚੇ ਸੀ, ਉਹ ਤਾਂ ਸਾਰੇ ਅੰਦਰ ਹੀ ਹੋਣਗੇ। ਇਸੇ ਕਰਕੇ ਫਿਰ ਕਿਹਾ ਜਾਂਦਾ ਕਿ ਨਾ ਵੀ ਅੰਦਰ ਜਿਹੜਾ ਕਤਲੇਆਮ ਹੋਇਆ ਉਹ ਜ਼ਿਆਦਾ ਹੋਇਆ, ਤੇ ਫਿਰ ਉਹ ਬਾਹਰ ਨਹੀਂ ਨਿਕਲ ਸਕੇ ਹੋਣੇ। ਫਿਰ ਉਹਨਾਂ ਨੇ ਔਰਤਾਂ ਨੇ ਮੈਨੂੰ ਇਹ ਵੀ ਕਿਹਾ ਵੀ ਮੈਂ ਆਖਿਆ ਕਰਫਿਊ 'ਚ ਢਿੱਲ ਹੋ ਮਿਲਣ ਤੇ ਬਾਹਰ ਨਿਕਲ ਜਾਓ। ਉਹ ਕਹਿੰਦੀਆਂ ਵੀ ਉਦੋਂ ਬਾਅਦ ਤਾਂ ਸਾਡੇ ਪਿੰਡਾਂ ਦੀਆਂ ਬੱਸਾਂ ਨੇ ਨਹੀਂ ਜਾਣਾ, ਕਿਉਂਕਿ ਬੱਸਾਂ 4-5 ਵਜੇ ਬੰਦ ਹੋ ਜਾਂਦੀਆਂ ਹੁੰਦੀਆਂ ਸੀ, ਸ਼ਾਮ ਨੂੰ ਚੱਲਦੀਆਂ ਨਹੀਂ ਸੀ ਉਹਨਾਂ ਦਿਨਾਂ 'ਚ, ਜਿਹੜੇ ਕਿ ਬੜਾ ਟੈਨਸ਼ਨ ਦਾ ਮਾਹੌਲ ਸੀ, ਇਸ ਕਰਕੇ ਜ਼ਿਆਦਾ ਨਹੀਂ ਸੀ। ਉਸ ਤੋਂ ਪਿੱਛੋਂ ਸਾਡਾ ਅਸੀਂ ਸੰਤ ਨੂੰ ਮਿਲ ਕੇ ਆਏ ਹਾਂ। ਸੰਤ ਨੇ ਬਸ ਇੰਨੀ ਗੱਲ ਹੀ ਕਹੀ ਹੈ ਵੀ ਆਹ ਦੇਖ ਲਓ ਹੁਣ 4 ਚੁਫੇਰੇ ਆ ਗਈਆਂ, ਹੁਣ ਸਾਡੇ ਕੋਲ ਕੋਈ ਚਾਰਾ ਨਹੀਂ, ਅਸੀਂ ਸ਼ਹੀਦੀਆਂ ਪਾਵਾਂਗੇ। ਤੇ ਉਹ ਫਿਰ ਸ਼ਹੀਦੀਆਂ ਵਾਲੀ ਗੱਲ ਤੋਂ ਬਾਅਦ ਸਾਡੇ ਕੋਲੇ ਵੀ ਕਿਸੇ ਪੱਤਰਕਾਰਾਂ ਕੋਲੇ 4-5 ਅਸੀਂ ਪੱਤਰਕਾਰ ਸੀ ਜਿਹੜੇ ਲੋਕਲ ਸੀਗੇ, ਜਿਹਦੇ 'ਚ ਮਹਿੰਦਰ ਸਿੰਘ ਅਕਾਲੀ ਪੱਤਰਕਾਰ ਤੋਂ, PTI ਦਾ ਗੁਰਦੀਪ ਸਿੰਘ, ਮੈਂ ਤੇ PPS ਗਿੱਲ ਸੀ ਟ੍ਰਿਬਿਊਨ ਦਾ, ਤੇ ਹਰਵੀਰ ਭੰਮਰ ਸੀ ਉੱਥੇ ਲੋਕਲ ਪੱਤਰਕਾਰ। ਅਸੀਂ ਸਾਰੇ ਗਏ ਸੀ, ਅਸੀਂ ਸਾਰੇ ਵਾਪਸ ਆ ਗਏ, ਸੰਤ ਨੂੰ ਮਿਲੇ। ਸੰਤ ਵਾਲੇ ਪਾਸੇ ਚੁੱਪਚਾਪ ਸੀ, ਉਹਦੇ ਕੋਲ ਕੋਈ ਨਹੀਂ ਸੀ ਬੈਠਾ, ਉਹ ਅਜੇ ਵੀ ਉਸ ਦੀਆਂ ਗੱਲਾਂ ਕਰ ਰਿਹਾ ਸੀ, ਕਿਉਂਕਿ ਅਕਾਲੀ ਦਲ ਨੇ ਕਾਲ ਦਿੱਤੀ ਸੀ ਵੀ ਤੁਸੀਂ ਬਾਈਕਾਟ ਕਰੋ ਸਾਰਾ ਸੈਂਟਰਲ ਗੌਰਮੈਂਟ ਦਾ, ਤੇ ਜਿਹੜੇ ਤੁਹਾਡੀਆਂ ਟ੍ਰੇਨਾਂ ਜਾ ਰਹੀਆਂ ਫੂਡ ਗ੍ਰੇਨ ਲੈ ਕੇ, ਕਣਕ ਵਗੈਰਾ, ਤੇ ਇੱਥੋਂ ਬਾਹਰ ਲੈ ਕੇ ਜਾ ਰਹੀਆਂ ਪੰਜਾਬ 'ਚੋਂ, ਉਹਨਾਂ ਨੂੰ ਰੋਕੋ। ਇਹ ਕਾਲ ਸੀ 3 ਤਰੀਕ ਦੀ। ਤਾਂ ਕਿੰਨੀਆਂ ਇਹ ਨਹੀਂ ਪਤਾ ਵੀ ਉਹ ਲਾਗੂ ਹੋਈ ਜਾਂ ਨਹੀਂ ਹੋਈ, ਕਿਉਂਕਿ ਉਦੋਂ ਟੈਨਸ਼ਨ ਹੋ ਗਈ। ਇੰਨੇ ਫੌਜ ਨੇ ਘੇਰਾ ਪਾ ਲਿਆ ਸੀ ਸਾਰੇ, ਘੇਰਾ 3 ਤਰੀਕ ਤੇ ਇਹ ਜਿਹੜਾ ਜਦੋਂ ਪਹਿਲੀ ਫਾਇਰਿੰਗ ਹੋਣ ਲੱਗੀ ਆ 3 ਤੇ 4 ਤਰੀਕ ਦੀ ਰਾਤ ਨੂੰ, ਤਾਂ ਇਹ ਕਹਦੀ ਅੱਧੀ ਰਾਤ ਤੋਂ ਬਾਅਦ 4 ਹੀ ਤਰੀਕ 'ਚ ਹੋ ਗਈ ਸੀ ਸ਼ੁਰੂ, ਉਹਦੇ 3-4 ਵਜੇ ਸਵੇਰੇ ਇਹ ਫਾਇਰਿੰਗ ਸ਼ੁਰੂ ਹੋਈ। ਤੇ ਉਦੋਂ ਪਿੱਛੋਂ ਇਹ ਕਿਹਾ ਜਾਂਦਾ, ਜਿਹੜਾ ਗੱਲ ਕਹੀ ਜਾਂਦੀ ਆਮ, ਵੀ ਉੱਥੇ ਕੁਝ 2 ਮੁੰਡੇ ਆਏ, ਉਹਨਾਂ ਦਿਨਾਂ 'ਚ ਹਥਿਆਰਬੰਦ ਸੀਗੇ, ਤੇ ਆ ਕੇ ਉਹ ਸੰਤਾਂ ਨੂੰ ਕਹਿਣ ਲੱਗੇ ਵੀ ਤੁਸੀਂ ਖਾਲਿਸਤਾਨ ਦਾ ਐਲਾਨ ਕਰੋ, ਸੰਤ ਭਿੰਡਰਾਂ ਵਾਲੇ ਨੂੰ। ਉਹ ਇਸ਼ਨਾਨ ਕਰਨ ਗਿਆ ਸੀ ਸਵੇਰੇ ਜਦੋਂ ਹਜੇ ਬਹੁਤਾ ਗੋਲਾਬਾਰੀ ਨਹੀਂ ਸੀ ਹੋ ਰਹੀ ਇਹਦੇ ਵਿੱਚ ਸਰੋਵਰ 'ਚ, ਤੇ ਉਹ ਕਹਿਣ ਲੱਗਾ ਵੀ ਤੁਸੀਂ ਸੰਤ ਲੌਂਗੋਵਾਲ ਤੋਂ ਕਰਵਾਓ। ਤਾਂ ਲੌਂਗੋਵਾਲ ਨੇ ਵੀ ਨਹੀਂ ਕੀਤਾ, ਕਿਸੇ ਨੇ ਕੋਈ ਖਾਲਿਸਤਾਨ ਦਾ ਐਲਾਨ ਨਹੀਂ ਕੀਤਾ। ਸੰਤ ਭਿੰਡਰਾਂਵਾਲਾ ਲਾਸਟ ਮੂਮੈਂਟ ਤੱਕ, ਅਖੀਰ ਤੱਕ ਉਹ
ਅਨੰਦਪੁਰ ਸਾਹਿਬ ਦੇ ਮੱਤੇ ਤੇ ਖੜਾ, ਖਾਲਿਸਤਾਨ ਵਾਲੀ ਗੱਲ ਨਹੀਂ ਉਹਨੇ ਕੀਤੀ। ਅੱਛਾ, ਬਾਕੀ ਫਿਰ ਹੁਣ ਦੂਜੇ ਪਾਸੇ ਲੜਾਈ 4 ਤਰੀਕ ਨੂੰ ਸ਼ੁਰੂ ਹੋ ਗਈ ਸੀ। 4 ਤਰੀਕ ਨੂੰ ਪਹਿਲਾਂ ਜਿਹੜੇ ਫੈਡਰੇਸ਼ਨ ਦੇ ਮੋਰਚੇ ਲੱਗੇ ਸੀ ਆਪਣਾ ਟੈਂਕੀ ਦੇ ਉੱਤੇ, ਗੁਰੂ ਨਾਨਕ ਨਿਵਾਸ ਦੇ ਨਾਲ ਇਧਰਲੇ ਪਾਸੇ ਦੂਜੇ ਪਹਿਲੇ ਸਾਰੇ, ਤੇ ਉੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਨਾਲ ਜਿਹੜੀ ਪਹਿਲੀ ਸਰਾਂ ਹੈ ਉਹਦੇ ਉੱਤੇ ਲੱਗੇ ਹੋਏ ਸੀਗੇ, ਉਹ ਟੁੱਟ ਗਏ। ਉਦੋਂ 4 ਤਰੀਕ ਨੂੰ ਉਹਨਾਂ ਨੇ ਕਲੀਅਰ ਕਰ ਲਏ ਸਾਰੇ। ਹੋਰ ਛੋਟੇ ਛੋਟੇ ਕਈ ਥਾਵਾਂ ਤੇ ਲੱਗੇ ਸੀ, ਲੰਗਰ ਬਿਲਡਿੰਗ ਤੇ ਸੀ, ਉਹ ਦੂਰੋਂ ਹੀ ਉਹ ਦਿਖਾਈ ਦਿੰਦੇ ਸੀ। ਤੇ ਪਰ ਜਿਹੜੀ ਅਕਾਲ ਤਖਤ ਦੀ ਲੜਾਈ ਸੀ ਅਜੇ ਸ਼ੁਰੂ ਨਹੀਂ ਸੀ ਹੋਈ। ਇਹ ਵਾਰਨਿੰਗ ਉੱਥੇ ਅੰਦਰ ਵਾਲਿਆਂ ਨੂੰ ਜ਼ਰੂਰ ਅੰਦਰ ਹੀ ਦਿੰਦੇ ਹੋਣਗੇ ਵੀ ਤੁਸੀਂ ਅਕਾਲ ਤਖਤ ਤੋਂ ਬਾਹਰ ਆ ਜਾਓ, ਤਾਂ ਜਦੋਂ ਨਾ ਆਏ ਤਾਂ ਫਿਰ ਉਹਨਾਂ ਨੇ ਕਮਾਂਡੋ ਛੱਡੇ। ਕਮਾਂਡੋ ਗਏ ਤਾਂ ਕਮਾਂਡੋ ਜਿਹੜੇ ਗਏ ਸੀਗੇ, ਕਮਾਂਡੋ ਜਿਹੜੇ SFF ਕਮਾਂਡੋ ਕਹਿੰਦੇ ਆ ਉਹਨਾਂ ਨੂੰ, ਸਪੈਸ਼ਲ ਜਿਹੜੀ ਚਕਰੌਤਾ ਦੇ ਵਿੱਚ ਉਹਨਾਂ ਦਾ ਸੈਂਟਰ ਹੈ ਤਾਹਾਂ ਉੱਪਰ ਉੱਤਰਾਖੰਡ ਦੇ ਵਿੱਚ, ਉੱਥੇ ਟ੍ਰੇਨਿੰਗ ਸੈਂਟਰ ਅਜੇ ਵੀ ਹੈਗਾ। ਤੇ ਉਹ ਕਮਾਂਡੋ ਉਤਰੇ ਤਾਂ ਜਿਹੜਾ ਇਹ ਇੱਧਰ 2 ਜਿਹੜੀਆਂ ਛਬੀਲਾਂ ਲੱਗੀਆਂ ਇੱਧਰ ਪਾਸੇ ਅਕਾਲ ਤਖਤ ਦੇ ਦੋਨੋਂ ਸਾਈਡਾਂ 'ਤੇ ਪ੍ਰਕਰਮਾਂ ਦੇ ਵਿੱਚ, ਉੱਥੇ ਨਾਲ ਜਿਹੜਾ ਥੱਲੇ ਤੁਸੀਂ ਕਦੇ ਦੇਖਿਓ ਧਿਆਨ ਨਾਲ, ਉੱਥੇ ਥੱਲੇ ਪਾਣੀ ਦਾ ਇੱਕ ਬਣਿਆ ਵਾ ਡੂੰਘਾ ਜਿਹਾ, ਤੇ ਉੱਤੇ ਜਾਲੀ ਰੱਖੀ ਹੋਈ ਹੈ ਲੋਹੇ ਦੀ, ਉੱਥੋਂ ਦੀ ਕਿਤੇ ਖਾਸ ਕਿਸਮ ਦੇ ਮੋਰਚੇ ਬਣਾ ਕੇ ਅੰਦਰੋਂ ਗੋਲੀ ਆਉਂਦੀ ਸੀ। ਗੋਲੀ ਪ੍ਰਕਰਮਾਂ ਦੇ ਤੋਂ ਥੋੜ੍ਹੀ ਜਿਹੀ ਗਿੱਠ 2 ਗਿੱਠ ਜਾਂ ਫੁੱਟ 1.5 ਫੁੱਟ ਉੱਪਰ ਉਹ ਆਉਂਦੀ ਸੀ। ਇਸ ਕਰਕੇ ਜਿੰਨੇ ਕਮਾਂਡੋ ਉਤਰੇ ਉਹਨਾਂ ਦੀਆਂ ਲੱਤਾਂ ਦੇ ਵਿੱਚ, ਉਹਨਾਂ ਦੇ ਪੈਰਾਂ ਦੇ ਵਿੱਚ ਗੋਲੀਆਂ ਵੱਜਦੀਆਂ ਰਹੀਆਂ। ਉਹ ਅੱਗੇ ਅਕਾਲ ਤਖਤ ਵੱਲ ਮੂਵ ਹੀ ਨਹੀਂ ਕਰ ਸਕੇ। ਉਹ ਪਹਿਲਾਂ ਇਹ ਸੀ ਕਿਉਂਕਿ ਜਦੋਂ ਇਹ ਜਨਰਲ ਬੈਦਿਆ ਨੇ ਇਹਦਾ ਫੈਸਲਾ ਜਿਹੜਾ 29 ਮਈ ਨੂੰ ਹੋ ਗਿਆ ਸੀਗਾ ਵੀ ਕਲੀਅਰ ਕਰਤਾ ਸੀ ਇੰਦਰਾ ਗਾਂਧੀ ਨੇ, ਪ੍ਰਾਈਮ ਮਿਨਿਸਟਰ ਨੇ, ਵੀ ਤੁਸੀਂ ਫੌਜ ਨੂੰ ਕਿਹਾ ਸੀ ਵੀ ਤੁਸੀਂ ਐਂਟਰ ਹੋ ਜਾਓ। ਜਨਰਲ ਬੈਦਿਆ ਉਦੋਂ ਚੀਫ ਸੀ ਆਰਮੀ ਦਾ, ਤੇ ਉਸ ਨੇ ਜਦੋਂ 29 ਤਰੀਕ ਨੂੰ ਹੋ ਗਿਆ ਸੀ ਫੈਸਲਾ, ਉਸ ਤੋਂ ਬਾਅਦ ਸਾਰੀ ਹੌਲੀ ਹੌਲੀ ਫਿਰ ਫੋਰਸ ਇੱਧਰੋਂ ਉੱਧਰ ਹੀ ਜਾਣੀ ਸ਼ੁਰੂ ਹੋ ਗਈ ਸੀ। ਤਾਂ ਫਿਰ ਜਦੋਂ ਉਸ ਨੇ ਅੰਦਰ ਜਾ ਕੇ ਜਦੋਂ ਨਾ ਜਾ ਸਕੇ, ਕਮਾਂਡੋ ਅੱਗੇ ਮੂਵ ਨਾ ਕਰ ਸਕੇ ਅਕਾਲ ਤਖਤ ਵੱਲ, ਤਾਂ ਫਿਰ ਉਹਨਾਂ ਨੇ ਕੀ ਕੀਤਾ, ਉਸ ਤੋਂ ਬਾਅਦ ਕਮਾਂਡੋ ਫਿਰ ਇਹਨਾਂ ਨੇ ਜ਼ਹਿਰੀਲੀ ਗੈਸ ਛੱਡੀ, ਜਿਹੜੀ ਕਿ ਗੈਸ ਉਹ UNO ਦੇ ਮੁਤਾਬਕ ਸੈਕੰਡ ਵਰਲਡ ਵਾਰ ਵਿੱਚ ਉਹ ਬੰਦ ਕੀਤੀ ਸੀ, ਬੈਨ ਕੀਤੀ ਵੀ ਸੀ ਵੀ ਤੁਸੀਂ ਕਿਸੇ ਵੀ ਲੈਵਲ ਉੱਤੇ ਇਹ ਨਹੀਂ ਛੱਡ ਸਕਦੇ, ਸਾਰੀ ਦੁਨੀਆ 'ਤੇ ਬੈਨ ਸੀ। ਪਰ ਇਹਨਾਂ ਨੇ ਪੁਰਾਣੇ ਲੈਵਲ 'ਤੇ ਇਹਨਾਂ ਤੋਂ ਕੋਲੇ ਸੀ ਤੇ ਇਹਨਾਂ ਨੇ ਉਹ ਸਾਰਾ ਛੱਡਿਆ, ਜਿਹੜਾ ਕਿ ਆਪਣੇ ਆਪ ਵਿੱਚ ਗਲਤ ਸੀ। ਉਸ ਤੋਂ ਬਾਅਦ ਫਿਰ ਉਹ ਜਦੋਂ ਇਹਨਾਂ ਨੇ ਗੈਸ ਛੱਡੀ, ਉਹ ਗੈਸ ਦੇ ਵਿੱਚ ਵੀ ਇਹ ਅੰਦਰੋਂ ਬੰਦਿਆਂ ਨੂੰ ਬਾਹਰ ਨਾ ਕੱਢ ਸਕੇ, ਕਿਉਂਕਿ ਜਿਹੜਾ ਮੋਰਚਾ ਸੀ ਸਾਰਾ ਮੋਰਚਾ ਜਿਹੜਾ ਅੰਦਰੋਂ ਜਨਰਲ ਸ਼ਬੇਗ ਸਿੰਘ ਦੀ ਦੇਖ ਰੇਖ ਕਰਦੇ ਜਾਂ ਉਹਦੀ ਸਾਰਾ ਉਹਦੀ ਕਮਾਂਡ ਦੇ ਥੱਲੇ ਜਿਹੜੀ ਚੱਲ ਰਿਹਾ ਸੀ। ਵੇਖੋ ਇਹ ਬਿਲਕੁਲ ਕਲੀਅਰ ਹੈ। ਗੁਰਬਚਨ ਜਗਤ ਉਹਨਾਂ ਦੇ ਵਿੱਚ IG ਸੀਗਾ CID ਦਾ ਪੰਜਾਬ ਦਾ, ਤੇ ਉਸ ਨੇ ਆਪਣਾ ਆਰਟੀਕਲ ਵੀ ਹਿੰਦੁਸਤਾਨ ਟਾਈਮ 'ਚ ਕੋਈ 2012 'ਚ ਲਿਖਿਆ। ਉਹਦੇ 'ਚ ਵੀ ਉਹਨੇ ਕਿਹਾ ਵੀ ਅੰਦਰ ਲੜਨ ਵਾਲੇ ਜਥੇ ਦੇ ਜਿਹੜੇ ਬੰਦੇ ਸੀ ਜਾਂ ਟ੍ਰੇਨਡ ਬੰਦੇ ਸੀ ਸਾਰੇ, ਜਿਹੜੇ ਉਹ 100 ਬੰਦਾ ਸੀ। ਉਹਨੇ ਕਿਹਾ ਵੀ ਸਾਡਾ ਸਾਰਿਆਂ ਦੇ ਨਾਂ ਸੀ ਸਾਡੇ ਕੋਲੇ, ਸਾਨੂੰ ਸਭ ਪਤਾ ਸੀ ਵੀ ਜਿਹੜੇ ਲੜਨ ਵਾਲੇ ਪਹਿਲਾਂ ਅੰਦਰ ਹੈਗੇ ਆ, ਸਾਨੂੰ ਹਥਿਆਰਾਂ ਤੱਕ ਦਾ ਵੀ ਪਤਾ ਸੀ ਵੀ ਇਹਨਾਂ ਕੋਲ ਕਿਹੜੇ ਹਥਿਆਰ ਹੈ। ਤੇ ਉਹ ਫਿਰ ਬਾਅਦ ਵਿੱਚ BD ਪਾਂਡੇ ਜਿਹੜਾ ਗਵਰਨਰ ਸੀ ਉਹਨਾਂ ਦਿਨਾਂ ਵਿੱਚ, ਉਹਨੇ ਵੀ ਆਪਣੀ ਕਿਤਾਬ, ਉਹਦੀ ਇਸੇ ਸਾਲ ਹੀ ਆਈ ਹੈ ਉਹ ਗਵਰਨਰ ਨੇ, ਕਿਉਂਕਿ ਉਹਦੇ ਮਰੇ ਪਿੱਛੋਂ ਕਿਤਾਬ ਛਪੀ ਆ 10 ਸਾਲ ਬਾਅਦ 15 ਸਾਲ ਬਾਅਦ। ਤੇ ਉਹਨੇ ਕਿਤਾਬ ਵਿੱਚ ਉਸ ਮੌਕੇ 'ਤੇ ਉਹਨੇ ਲਿਖਿਆ ਹੀ ਮੇਰੇ ਮਰੇ ਤੋਂ ਬਾਅਦ ਛਾਪਣਾ। ਉਸ ਕਿਤਾਬ ਵਿੱਚ ਵੀ ਉਹਨੇ ਕਿਹਾ ਵੀ ਜਿੰਨੇ CID ਸਾਡੇ ਕੋਲੇ ਪੰਜਾਬ ਗੌਰਮੈਂਟ ਕੋਲੇ ਜਿੰਨਾ ਗਿਣਤੀ ਸੀ ਹਥਿਆਰਾਂ ਦੀ ਅੰਦਰੋਂ ਜਿਹੜੇ ਫੜੇ, ਸਿਰਫ ਇੱਕ ਹਥਿਆਰ ਦਾ ਜਿਹੜੇ ਫੜੇ ਗਏ, ਤੇ ਸਾਡੇ ਕੋਲੇ ਜਿਹੜਾ ਪਹਿਲਾਂ ਸਾਡੇ ਕੋਲ ਗਿਣਤੀ ਸੀ ਸਾਰੀ ਵੀ ਇੰਨੇ ਹਥਿਆਰ ਆ ਅੰਦਰ, ਉਹਨਾਂ 'ਚੋਂ ਇੱਕ ਹਥਿਆਰ ਦਾ ਫਰਕ ਪਿਆ ਸੀ ਗਿਣਤੀ ਵਿੱਚ। ਤੇ ਇਸ ਕਰਕੇ ਸਾਰੀ ਇਨਫੋਰਮੇਸ਼ਨ ਸਰਕਾਰ ਕੋਲੇ ਸੀਗੀ, ਪਰ ਸੈਂਟਰਲ ਗੌਰਮੈਂਟ ਵੇਲੇ ਜਿਹੜਾ ਵੈਦਿਆ ਸੀ ਜਾਂ ਜਿਹੜੇ ਜਰਨਲ ਸੀਗੇ, ਜਿਵੇਂ ਹੁਣ ਕੁਲਦੀਪ ਸਿੰਘ ਬਰਾੜ ਹੈ ਜਿਹੜਾ ਜਰਨਲ ਸੀ, ਕਲੀਨ ਸ਼ੇਵਨ ਸੀ ਬੰਦਾ, ਪਿੰਡ ਨਾਲ ਉਹਦਾ ਕੋਈ ਸੰਬੰਧ ਹੀ ਨਹੀਂ ਸੀ ਕਿਤੇ, ਪਹਿਲਾਂ ਦੇ ਦਿੱਲੀ ਬੰਬੇ 2 ਪੀੜ੍ਹੀਆਂ ਦੇ ਗਏ ਵੇ ਸੀ ਉਹ ਸਾਰੇ। ਤੇ ਉਹਨਾਂ ਵਿੱਚ ਹੰਕਾਰ ਬਹੁਤ ਜ਼ਿਆਦਾ ਸੀ ਵੀ ਫੌਜ ਅੱਗੇ ਕੀ ਹੈ, 2 ਸਾਲ 'ਚ 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 2
ਤਾਂ ਹੀ ਇਸੇ ਕਰਕੇ 2 ਘੰਟਿਆਂ ਵਿੱਚ ਵੈਦਿਆਂ ਨੇ ਮਿੱਥਿਆ ਸੀ ਵੀ 2 ਘੰਟਿਆਂ ਵਿੱਚ ਅਸੀਂ ਇਹ ਦਰਬਾਰ ਸਾਹਿਬ ਦਾ ਹਮਲੇ ਨੂੰ ਕਲੀਅਰ ਕਰ ਦਿਆਂਗੇ। ਤੇ ਇਦੋਂ ਪਿੱਛੋਂ ਅਸੀਂ ਇਹ ਕਰਾਂਗੇ ਵੀ 3 ਵਜੇ ਸਵੇਰੇ 3 ਜਾਂ 3:30 ਵਜੇ ਮਰਜ਼ਾਦਾ ਸ਼ੁਰੂ ਹੁੰਦੀ ਹੈ। ਤੇ ਉਹਨਾਂ ਨੇ ਸਫਾਈ ਸੇਵਕ ਦਾ ਇੰਤਜ਼ਾਮ ਵੀ ਕੀਤਾ ਸੀ, ਗ੍ਰੰਥੀਆਂ ਦਾ ਇੰਤਜ਼ਾਮ ਵੀ ਕੀਤਾ ਵਾ ਸੀ ਫੌਜ ਨੇ, ਵੀ ਅਸੀਂ ਸਫਾਈ ਕਰਾ ਕੇ ਸਾਰੀ ਪ੍ਰਕਰਮਾਂ ਦੀ, ਤੇ ਅਸੀਂ ਪਤਾ ਹੀ ਨਹੀਂ ਲੱਗਣਾ ਇੱਥੇ ਸਵੇਰ ਵੇਲੇ ਅਸੀਂ ਫਿਰ ਸ਼ੁਰੂ ਇਸ ਸਾਰੀ ਮਰਜ਼ਾਦਾ ਸ਼ੁਰੂ ਕਰ ਦਾਂਗੇ ਵੀ ਅਸੀਂ ਕੁਝ ਕੀਤਾ ਹੀ ਨਹੀਂ। ਅੰਦਰਲਿਆਂ ਨੂੰ ਅਸੀਂ ਫੜ ਕੇ ਜਿਵੇਂ ਖੁੱਡਾਂ ਦੇ ਵਿੱਚੋਂ ਤੁਸੀਂ ਚੂਹਾ ਫੜ ਕੇ ਲੈ ਜਾਂਦੇ ਹੋ, ਐਂ ਫੜ ਕੇ ਲੈ ਜਾਾਂਗੇ। ਪਰ ਹੋਇਆ ਇਹਦੇ ਉਲਟ, 2 ਘੰਟਿਆਂ ਦੀ ਬਜਾਏ 72 ਘੰਟੇ ਲੜਾਈ ਚੱਲੀ। ਫਿਰ ਜਦੋਂ ਕੀ ਹੋਇਆ ਵੀ ਇਹ ਸਾਰੀਆਂ ਕੋਸ਼ਿਸ਼ਾਂ ਫੇਲ ਹੋ ਗਈਆਂ ਤੇ ਪਾਸੇ ਵਾਲਾ ਕਲੀਅਰ ਕਰਤਾ ਸੀ। ਅੰਦਰੋਂ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਦੇ ਮੋਰਚੇ ਬਣਾਏ ਸੀ, ਉੱਥੋਂ ਅੰਦਰੋਂ ਹੀ ਚੱਲਦੇ ਸੀ। ਤਾਂ ਉਹਨਾਂ ਨੇ ਫਿਰ ਉਦੋਂ ਪਿੱਛੋਂ APC ਕਹਿੰਦੇ ਆ, ਆਰਮਡ ਪਰਸੋਨਲ ਕੈਰੀਅਰ, ਉਹਦੇ ਵਿੱਚ ਪਾਸੇ ਬਹੁਤ ਵੱਡੀ ਗੱਲ ਹੁੰਦੀ ਆ, ਉਹਦੇ ਵਿੱਚ ਤੈਅ ਹੁੰਦੀ ਆ ਲੋਹੇ ਦੀ, ਵਿੱਚ ਥੋੜ੍ਹੇ ਜਿਹੇ ਬੰਦੇ ਬੈਠ ਕੇ ਜਾਂਦੇ ਆ, ਉਹ ਭੇਜੀ ਉਹਨੂੰ ਵੀ ਉਹ ਇੱਕ ਉਹਦਾ ਪੁਆਇੰਟ ਹੁੰਦਾ ਤੇ ਉੱਥੇ ਉਹਨੂੰ ਤੋੜ ਦਿੱਤਾ ਗਿਆ। ਰੌਕਟ ਪ੍ਰੋਪੈਲਰ ਹੁੰਦਾ, ਉਹਦੇ ਨਾਲ ਅੰਦਰ ਤੋਂ ਉਹ ਹੋਇਆ ਫਾਇਰ ਤੇ ਉਹਦੇ ਨਾਲ ਉਹ ਟੁੱਟ ਗਿਆ। ਜਦੋਂ ਉਹ ਫੇਲ ਹੋ ਗਈ, ਉਦੋਂ ਪਿੱਛੋਂ 5 ਤਰੀਕ ਨੂੰ ਇਹਨਾਂ ਨੇ ਇੰਦਰਾ ਗਾਂਧੀ ਤੋਂ ਫਿਰ ਸਪੈਸ਼ਲ ਪਰਮਿਸ਼ਨ ਮੰਗੀ ਟੈਂਕ ਲਿਜਾਣ ਦੀ। ਤਾਂ ਟੈਂਕ ਆ ਜਿਹੜੇ ਉਹ ਬਜੰਤਾ ਟੈਂਕ ਆ ਜਿਹੜੇ ਉਹ 30-35 ਟੈਂਕ ਫਿਰ ਅੰਦਰ 30-35 ਟੈਂਕ ਆਏ। ਤਾਂ ਉਹਨਾਂ ਵਿੱਚੋਂ 2-4 ਹੀ ਅੰਦਰ ਜਾ ਸਕਦੇ ਸੀ, ਥਾਂ ਨਹੀਂ ਸੀ। ਤਾਂ ਜਿਹੜਾ ਲੰਗਰ ਬਿਲਡਿੰਗ ਹਾਲ ਦੇ ਵੱਲੋਂ ਦੀ ਉਹ ਪ੍ਰਕਰਮਾਂ 'ਚ ਗਏ ਟੈਂਕ ਜਿਹੜੇ ਗਏ, 2-3 ਟੈਂਕ ਗਏ। ਉਹਨਾਂ ਵਿੱਚ ਜਿਹੜਾ ਮੂਹਰੇ ਟੈਂਕ ਸੀ ਸਾਰਾ, ਉਹ ਜਿੱਥੇ ਬਾਬਾ ਦੀਪ ਸਿੰਘ ਦੀ ਮੈਮੋਰੀਅਲ ਹੈ, ਯਾਦਗਾਰ ਹੈ, ਉੱਥੋਂ ਫਿਰ ਉਹ ਸਿੱਧਾ ਦਰਬਾਰ ਸਾਹਿਬ ਉੱਤੇ ਅਕਾਲ ਤਖਤ ਉੱਤੇ ਫਿਰ ਕਰਦੇ ਰਹੇ ਫਾਇਰ। ਉਹ ਜਦੋਂ ਸ਼ਾਮ ਨੂੰ 5 ਵਜੇ ਫਾਇਰਿੰਗ ਸ਼ੁਰੂ ਕੀਤੀ, 5 ਵਜੇ ਕੀਤੀ, ਤਾਂ ਫਿਰ ਉਹ ਥੋੜ੍ਹੇ ਜਿਹੇ ਫਾਇਰਿੰਗ ਹੋਏ। ਜਿਹੜਾ ਰੌਕਟ ਦਾ ਸ਼ੈੱਲ ਹੁੰਦਾ, ਫਾਇਰ ਹੁੰਦਾ, ਉਹਦੇ ਵਿੱਚ ਬਰੂਦ ਹੁੰਦਾ ਅੱਗੇ, ਫਿਰ ਉਹਦੇ ਨਾਲ ਅੱਗੇ ਜਾ ਕੇ ਜਦੋਂ ਫਟਦਾ, ਉਹ ਜਿਹੜਾ ਗੋਲਾ ਜਾ ਕੇ ਫਟਦਾ ਸੀ, ਉਹ ਗੋਲੇ ਨਾਲ ਫਿਰ ਅੱਗੋਂ ਜਾਤ ਕੇ ਅਕਾਲ ਤਖਤ ਦੀ ਢਹਿ ਢੇਰੀ ਹੋਇਆ। ਉਹ ਢਹਿ ਢੇਰੀ ਤੋਂ ਬਾਅਦ 6 ਦੀ ਰਾਤ ਨੂੰ ਫਿਰ ਗਹਿ 'ਚ ਲੜਾਈ ਹੋਈ ਜ਼ਿਆਦਾ। ਉਹ ਲੜਾਈ ਦੇ ਵਿੱਚ ਜਾ ਕੇ ਇਹਨਾਂ ਨੇ ਕਿਤੇ 6 ਤਰੀਕ ਦੀ ਸਵੇਰ ਵੇਲੇ ਤੱਕ ਜਾ ਕੇ ਉਹ ਦਰਬਾਰ ਸਾਹਿਬ ਦੇ ਅੰਦਰੋਂ ਜਿਹੜਾ ਅਕਾਲ ਤਖਤ ਦਾ ਭੋਰਾ ਤੇ ਬੇਸਮੈਂਟ ਉਹ ਸਾਰੀਆਂ ਕਲੀਅਰ ਕੀਤੀਆਂ। ਲੜਾਈ ਬੰਦ ਹੋਈ। ਫਿਰ ਵੇਟ ਕਰਦੇ ਰਹੇ ਵੀ ਲੜਾਈ ਬੰਦ ਹੋ ਗਈ। ਤੇ ਕਿਹਾ ਜਾਂਦਾ ਵੀ ਅੰਦਾਜ਼ਾ ਇਹ ਆ ਵੀ 70-80 ਗੋਲੇ ਦਾਗੇ ਗਏ ਸਿੱਧੇ ਉਸ ਟੈਂਕ ਦੇ ਵਿੱਚੋਂ। ਤੇ ਉਹ ਗੋਲਿਆਂ ਦੇ ਪਿੱਛੋਂ ਫਿਰ ਜਦੋਂ ਅੰਦਰ ਜਿਹੜਾ ਜਨਰਲ ਸ਼ਬੇਗ ਸਿੰਘ ਸੀ, ਉਹ ਪਹਿਲਾਂ ਹੀ ਗੋਲੀ ਲੱਗ ਕੇ ਕਿਤੇ ਜ਼ਖਮੀ ਹੋ ਗਿਆ ਸੀ। ਅੰਦਰ ਬੇਸਮੈਂਟ ਵਿੱਚ ਸੰਤ ਸੀਗੇ, ਉਹਨਾਂ ਕੋਲੇ ਉਹ ਚਲਾ ਗਿਆ। ਉਹ ਪਹਿਲਾਂ ਹੀ ਉਹਦੀ ਉੱਥੇ ਡੈਥ ਹੋ ਗਈ ਸੀ ਕੁਛ ਘੰਟੇ ਪਹਿਲਾਂ ਹੀ। ਤੇ ਉਦੋਂ ਪਿੱਛੋਂ ਸੰਤ ਕਿਹਾ ਜਾਂਦਾ ਮੌਕੇ ਦੇ ਜਿਹੜੇ ਸਾਰੇ ਹੈਗੇ, ਸਾਰੇ ਉਹ ਦੱਸਦੇ ਆ ਜਿਹੜੇ ਨਾਲ ਸੀ, ਸੰਤ ਭਾਈ ਅਮਰੀਕ ਸਿੰਘ ਤੇ ਹੋਰ ਸਾਰਿਆਂ ਨੂੰ ਬਾਹਰ ਲੈ ਕੇ ਉਹ ਬਾਹਰ ਆ ਕੇ ਜਦੋਂ ਜਿੱਥੇ ਨਿਸ਼ਾਨ ਸਾਹਿਬ ਹੈ ਦੋਨੋਂ ਹੁਣ ਉੱਥੇ ਉਸ ਏਰੀਏ 'ਚ ਆਏ, ਤਾਂ ਫਿਰ ਉਹਨਾਂ ਦੇ ਉੱਤੇ ਫਿਰ ਬਾਹਰੋਂ ਗੋਲੀਬਾਰੀ ਤਾਂ ਹੋ ਹੀ ਰਹੀ ਸੀ, ਉੱਥੇ ਗੋਲੀਆਂ ਵੱਜੀਆਂ ਤੇ ਉੱਥੇ ਉਹ ਮਾਰੇ ਗਏ। ਇਹਦੇ ਬਾਰੇ 2 ਥਿਊਰੀਆਂ ਚੱਲ ਰਹੀਆਂ ਜਿਹੜੀਆਂ ਹੁਣ ਤੱਕ ਦੀਆਂ ਕਿਤਾਬਾਂ ਅੰਦਰਲੀਆਂ ਬਾਹਰਲੀਆਂ ਹੋਰ ਇਨਫੋਰਮੇਸ਼ਨ ਆਈ ਹੈ। ਉਹਦੇ ਮੁਤਾਬਕ ਇਹ ਹੈ ਵੀ ਸੰਤ ਨੂੰ ਹਜੇ ਜਿੰਦਾ ਸੀਗਾ, ਉਸ ਨੂੰ ਫੜ ਕੇ ਲੈ ਗਏ। ਤੇ ਉਹਦੇ ਕਿਉਂਕਿ ਜਦੋਂ ਉਸ ਦੀ ਬਾਡੀ ਸੀ ਉਹਦੇ ਬਾਰੇ ਕਲੀਅਰ ਹੈ ਸਾਰਾ ਕੁਝ, ਕਈ ਅਖਬਾਰਾਂ 'ਚ ਵੀ ਲਿਖਿਆ ਆ ਵੀ ਗਿਆ ਵੀ ਇਹ ਜਿਹਦਾ ਪੋਸਟਮਾਰਟਮ ਉਦੋਂ ਅੰਮ੍ਰਿਤਸਰ ਦੇ CMO ਨੇ ਕੀਤਾ। ਉਹ CMO ਕਿਸੇ ਸਾਡੇ ਹੀ ਪੱਤਰਕਾਰ ਦਾ ਦੋਸਤ ਸੀ, ਉਹਨੂੰ ਦੱਸਿਆ ਸੀ ਉਹਨਾਂ ਦਿਨਾਂ 'ਚ ਵੀ ਉਹਦੀਆਂ ਹੱਡੀਆਂ ਸਾਰੀਆਂ ਸਰੀਰ ਦੀਆਂ ਤੋੜੀਆਂ ਹੋਈਆਂ ਸੀ। ਇਹ ਲੱਗਦਾ ਵੀ ਉਹਨੂੰ ਜ਼ਖਮੀ ਹੋਏ ਨੂੰ ਟੌਰਚਰ ਵੀ ਕੀਤਾ, ਕੁੱਟਿਆ ਮਾਰਿਆ। ਇਹ ਕੇਸ ਸੀ ਜਿਹੜਾ ਕਿ ਆਮ ਲੋਕ ਹੁਣ ਸਾਡੇ ਮੰਨਦੇ ਨਹੀਂ। ਇਹਦਾ ਕੋਈ ਮੀਨਿੰਗ ਵੀ ਨਹੀਂ ਬਣਦਾ। ਚਲੋ ਬਣਦਾ ਵੀ ਹੈ ਮੀਨਿੰਗ ਵੀ ਤੁਸੀਂ ਗੋਲੀ ਨਾਲ ਮਰੇ, ਸਿੱਧੇ ਮਰੇ, ਤਾਂ ਉਦੋਂ ਪਿੱਛੋਂ ਵੀ ਗੁੱਸੇ ਜਾ ਕੇ ਫੌਜ ਵਾਲਿਆਂ ਨੇ ਹੋਰ ਜ਼ਿਆਦਾ ਟੌਰਚਰ ਕੀਤਾ ਜਿਉਂਦੇ। ਪਰ ਇਹ ਹੈ ਵੀ ਉਹਦੀ ਆਈਡੈਂਟੀਫਿਕੇਸ਼ਨ ਲਈ ਵੀ ਸੰਤ ਦੇ ਭਰਾ ਨੂੰ ਉਹਦੀ ਪਹਿਚਾਣ ਲਈ ਲਿਆਏ। ਉਹ ਹਰਚਰਨ ਸਿੰਘ ਉਹਦਾ ਵੱਡਾ ਭਰਾ, ਉਹ ਫੌਜ 'ਚ ਹੀ ਸੀਗਾ, ਜਲੰਧਰ ਤੋਂ ਲਿਆ ਕੇ ਉਹ ਤੋਂ ਪਹਿਚਾਣ, ਹੋਰਾਂ ਲੋਕਾਂ ਤੋਂ ਵੀ ਪਹਿਚਾਣ ਕੀਤੀ, ਕਈ ਲੋਕਾਂ ਤੋਂ ਕਰਵਾਈ। ਇੱਕ ਉੱਥੇ ਪੰਜਾਬ CID ਦਾ ਅਸੀਂ ਜਾਣਦੇ ਸੀ ਉਹਨਾਂ ਦਿਨਾਂ ਦੇ ਵਿੱਚ, ਉਹ ਤੋਂ ਵੀ ਕਰਵਾਈ ਸੀ। ਤੇ ਇਹ ਸਾਰਾ ਕਲੀਅਰ ਹੋਇਆ 7 ਤਰੀਕ ਨੂੰ। ਫਿਰ ਸੰਤ ਦੀ ਸਵੇਰ ਵੇਲੇ 7 ਤਰੀਕ ਨੂੰ
ਛੇ ਨੂੰ ਉਹਨਾਂ ਨੇ ਕੁਝ ਨਹੀਂ ਕੀਤਾ ਕਲੀਅਰ ਕਰਨ ਦੇ ਪਿੱਛੋਂ, ਵੀ ਇਹ ਵੇਟ ਕਰਦੇ ਰਹੇ ਵੀ ਗੋਲੀ ਹੁਣ ਰੁਕ ਗਈ, ਹੁਣ ਕਿਤੇ ਹੈ ਨਹੀਂ। ਹੋਰ ਜਿੱਥੋਂ ਕਿਤੇ ਕੋਈ ਗੋਲੀ ਛੋਟੀ ਆਉਂਦੀ ਸੀ ਉਸ ਨੂੰ ਰੋਕਣ ਲਈ ਫਿਰ ਫੌਜ ਆਪਦਾ ਸਰਗਰਮ ਕਰਦੀ ਰਹੀ। ਉਸੇ 6 ਤਰੀਕ ਨੂੰ ਹੀ ਰੈਫਰੈਂਸ ਲਾਇਬ੍ਰੇਰੀ ਪਾਸੇ ਅੱਗ ਲੱਗੀ। ਉਹ ਫੌਜ ਕਹਿੰਦੀ ਹੈ ਵੀ ਇਹ ਅਚਾਨਕ ਅੱਗ ਲੱਗੀ, ਇਹ ਕੁਝ ਕਹਿ ਨਹੀਂ ਸਕਦੇ। ਤੇ ਕਈ ਲੋਕ ਸਾਡੇ ਸਿੱਖਾਂ ਵਿੱਚ ਇਹ ਜ਼ਿਆਦਾ ਹੈ ਵੀ ਇਹ ਅੱਗ ਲਾਈ ਗਈ। ਇਹ ਸਾਰਾ ਕੁਝ ਚੱਲਦਾ ਹੈ। ਰੈਫਰੈਂਸ ਲਾਇਬ੍ਰੇਰੀ ਦਾ ਰੌਲਾ, ਉਹਦੇ ਤੇ ਤੁਸੀਂ ਗੱਲਬਾਤ ਕਰ ਹੀ ਆਏ ਹੋਵੋਗੇ। ਅੱਛਾ, ਹੁਣ ਜਿਹੜਾ ਸਾਰਾ ਇਹ 7 ਤਰੀਕ ਨੂੰ ਅਸੀਂ ਸਾਰੀ ਰਾਤ ਆਪਣੇ ਕੋਠਿਆਂ ਤੋਂ ਛੱਤਾਂ ਤੋਂ ਚੜ੍ਹ ਕੇ ਮਕਾਨਾਂ ਦੀਆਂ ਛੱਤਾਂ 'ਤੇ ਜਾ ਕੇ ਅਸੀਂ ਫਿਰ ਇਹ ਦੇਖਦੇ ਲਾਲ ਹੋਇਆ ਰਿਹਾ ਸੀਗਾ। 3, 4, 5 ਤਰੀਕ ਅਤੇ 6 ਤਰੀਕ ਦੀ ਦੋਨਾਂ ਰਾਤਾਂ ਨੂੰ ਤਾਂ ਬਹੁਤ ਹੀ ਜ਼ਿਆਦਾ ਅਸਮਾਨ ਦਰਬਾਰ ਸਾਹਿਬ ਉੱਤੇ ਫਲੈਸ਼ ਗੋਲੇ ਚੱਲਦੇ, ਉਹਦੇ ਨਾਲ ਫਿਰ ਇੱਕਦਮ ਸਾਰਾ ਏਰੀਆ ਲਾਲ ਹੋ ਜਾਂਦਾ, ਚਾਨਣ ਹੋ ਜਾਂਦਾ। ਉਦੋਂ ਪਿੱਛੋਂ ਫਿਰ ਤਾੜ ਕਰਦੀ ਗੋਲੀ ਚੱਲਦੀ। ਇਹ ਸਾਰਾ ਕੁਝ ਹੁੰਦਾ ਰਿਹਾ। ਬਾਕੀ ਆਲੇ ਦੁਆਲੇ ਸਾਨੂੰ ਸਾਰਾ ਉੱਥੇ ਅਜਨਾਲੇ ਵਾਲੇ ਪਾਸਿਓਂ ਦੂਜੇ ਪਾਸਿਓਂ ਲੋਕ ਆਉਂਦੇ ਸੀਗੇ, ਸਾਰੇ ਬੋਲੇ 100 ਨਿਹਾਲ ਦੇ ਨਾਅਰੇ ਲੱਗਦੇ। ਚਾਰ ਚੁਫੇਰੇ ਜਿੰਨੇ ਕੁ ਅਸੀਂ ਸੁਣ ਸਕਦੇ ਸੀ ਗ੍ਰੀਨ ਐਵਨਿਊ 'ਚੋਂ ਮੈਨੂੰ ਜਿੰਨਾ ਪਤਾ ਲੱਗਦਾ ਸੀ, ਉਹਨਾਂ 'ਤੇ ਵੀ ਗੋਲੀਆਂ ਚੱਲਦੀਆਂ ਰਹੀਆਂ, ਉੱਥੇ ਵੀ ਮਾਰੇ ਗਏ। ਚਾਰ ਚੁਫੇਰੇ ਲੋਕ ਆ ਗਏ ਸੀਗੇ ਨੇੜੇ ਤੇੜੇ ਦੇ। ਤੇ ਬੇਸ਼ੱਕ ਸੰਤ ਨੇ ਕਿਹਾ ਸੀ ਵੀ ਤੁਸੀਂ ਇੱਧਰ ਨਹੀਂ ਆਉਣਾ, ਤੇ ਇਸ ਕਰਕੇ ਲੜਾਈ ਦੇ ਤਾਂ 100-125 ਬੰਦਾ ਹੀ ਲੜਿਆ, ਬਾਕੀ ਨਹੀਂ ਸੀ ਲੜੇ। 7 ਤਰੀਕ ਨੂੰ ਫਿਰ ਕਿਸੇ ਨੂੰ ਵੀ ਦੱਸਿਆ ਨਹੀਂ ਗਿਆ, ਸਾਰਾ ਕੁਝ ਕੀਤਾ ਗਿਆ। ਸੰਤ ਦਾ ਕਿਤੇ ਜਾ ਕੇ ਇਹ ਹੁਣ ਪਤਾ ਲੱਗਦਾ 7 ਤਰੀਕ ਨੂੰ ਉਹ ਸੰਤ ਦਾ ਸੰਸਕਾਰ ਕੀਤਾ। ਬੌਡੀ ਉਹਨਾਂ ਦੀ ਸੰਤਾਂ ਦੀ ਨੂੰ ਮੰਗਿਆ ਸੀਗਾ, ਮਹਿਤਾ ਚੌਕ ਦੀ ਪੰਚਾਇਤ ਨੇ ਪਹਿਲਾਂ ਲਿਖ ਕੇ ਦਿੱਤਾ ਸੀ ਫੌਜ ਨੂੰ ਵੀ ਸਾਨੂੰ ਦਿਓ, ਅਸੀਂ ਜਿਵੇਂ ਕਹੋਗੇ ਤੁਹਾਡੀਆਂ ਸ਼ਰਤਾਂ ਉੱਤੇ ਸੰਸਕਾਰ ਕਰਾਂਗੇ। ਇੱਥੇ ਚੰਡੀਗੜ੍ਹ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਅਕਾਲੀ ਲੀਡਰ ਸੁਰਜੀਤ ਸਿੰਘ ਬਰਨਾਲਾ, ਹੋਰ ਸਾਰੇ ਜਿੰਨੇ ਅਕਾਲੀ ਲੀਡਰ ਇੱਥੇ ਚੰਡੀਗੜ੍ਹ ਸੀ, ਉਹ ਸਾਰੇ ਇਕੱਠੇ ਹੋ ਕੇ ਗਵਰਨਰ ਨੂੰ BD ਪਾਂਡੇ ਨੂੰ ਮਿਲੇ ਵੀ ਸਾਨੂੰ ਬੌਡੀ ਸਾਨੂੰ ਹੈਂਡਓਵਰ ਕਰੋ, ਅਸੀਂ ਸੰਸਕਾਰ ਕਰਾਂਗੇ। ਪਰ ਚੁੱਪ ਚਪੀਤੇ ਉਹਨਾਂ ਨੇ ਸੰਸਕਾਰ ਕਰਤਾ। ਸੰਸਕਾਰ ਕਰਨ ਵੇਲੇ ਪਤਾ ਲੱਗਿਆ ਵੀ ਉਹਦੇ ਬੌਡੀ ਉੱਤੇ ਚਾਦਰ ਪਾਈ ਵੀ ਸੀ। ਕਿਹਾ ਜਾਂਦਾ ਸੀ ਵੀ ਮੂੰਹ ਨੂੰ ਘਿਓ ਲਾਇਆ, ਇਹ ਕੀਤਾ। ਸਾਨੂੰ ਬਾਅਦ 'ਚ ਕਹਿੰਦੇ ਰਹੇ ਪ੍ਰੈਸ ਵਾਲਿਆਂ ਨੂੰ, ਪਰ ਸਾਨੂੰ ਪਤਾ ਲੱਗਿਆ ਵੀ ਉਸ ਨੂੰ ਬੌਡੀ ਦੀ ਬਹੁਤ ਬੁਰੇ ਤਰੀਕੇ ਨਾਲ ਤੋੜੀ ਭੰਨੀ ਗਈ ਸੀ ਤੇ ਉਹ ਸੰਸਕਾਰ ਹੋਇਆ, ਜਿਹੜੇ ਵਿਚਲੇ ਬੰਦੇ ਦੱਸਦੇ ਰਹੇ ਆ। ਤੇ ਇਸ ਕਰਕੇ ਉਦੋਂ ਪਿੱਛੋਂ 7 ਤਰੀਕ ਤੱਕ ਸਾਨੂੰ ਜਿਹੜੇ ਲੋਕਲ ਪੱਤਰਕਾਰ ਸੀ ਉਹ ਆਉਣ ਨਹੀਂ ਦਿੱਤਾ। ਫਿਰ 8 ਤਰੀਕ ਨੂੰ ਵੀ ਕਰਫਿਊ ਲੱਗਿਆ ਰਿਹਾ ਆਲੇ ਦੁਆਲੇ। 9 ਨੂੰ ਥੋੜ੍ਹੀ ਢਿੱਲ ਹੋਣ ਲੱਗੀ। 9 ਨੂੰ ਮੈਂ ਬੱਸ ਸਟੈਂਡ 'ਤੇ ਆਇਆ, ਜਿਹੜਾ ਅੰਮ੍ਰਿਤਸਰ ਦਾ ਬੱਸ ਸਟੈਂਡ ਹੈ ਉਹਦੇ 'ਤੇ 9 ਤਰੀਕ ਨੂੰ ਆਇਆ। ਤੇ ਮੇਰੇ ਕੋਲੇ ਬਰਮ ਚਲਾਨੀ ਸੀਗਾ, ਜਿਹੜਾ ਪੱਤਰਕਾਰ ਸੀ ਐਸੋਸੀਏਟਡ ਪ੍ਰੈਸ ਆਫ ਅਮਰੀਕਾ ਦਾ, ਉਹਨੂੰ ਮੇਰੇ ਕੋਲ ਛੁਪਿਆ ਸੀ। ਬਾਕੀ ਪ੍ਰੈਸ ਉਹਨਾਂ ਨੇ ਕੱਢਤੀ ਸੀ। ਸਾਡੀ ਪ੍ਰੈਸ ਤਾਂ 1 ਤਰੀਕ ਨੂੰ ਸਾਡੇ ਤਾਂ ਜਿਹੜਾ ਸਾਡਾ ਟੈਲੀਫੋਨ ਕੱਟਦੇ ਸੀ, ਸਾਡੀਆਂ ਟੈਲੀ ਪ੍ਰਿੰਟਰ ਦੀਆਂ ਲਾਈਨਾਂ ਕੱਟਤੀਆਂ ਸੀ, ਤੇ ਅਸੀਂ ਕਿਤੇ ਨਹੀਂ ਕੋਈ ਖਬਰ ਨਹੀਂ ਸੀ ਭੇਜ ਸਕਦੇ। ਇਸ ਕਰਕੇ 1 ਤਰੀਕ ਤੋਂ ਅਸੀਂ ਖਬਰਾਂ ਨਹੀਂ ਭੇਜੀਆਂ। ਬਾਹਰ ਖਬਰ ਜਾਣ ਹੀ ਨਹੀਂ ਸੀ ਦਿੱਤੀ। ਇਕੱਲਾ ਆਲ ਇੰਡੀਆ ਰੇਡੀਓ 'ਤੇ ਅਸੀਂ ਸੁਣਦੇ ਹੁੰਦੇ ਸੀ, ਜਾਂ ਫਿਰ ਅਸੀਂ ਕੋਸ਼ਿਸ਼ ਕਰਦੇ BBC ਲਾਉਣ ਦੀ, ਜਾਂ ਪਾਕਿਸਤਾਨ ਵਾਲੇ ਸਾਈਡ ਤੋਂ ਕੋਈ ਖਬਰ ਆਉਂਦੀ ਵੀ ਹਮਲਾ ਹੋ ਗਿਆ, ਮਾਰੇ ਗਏ, ਕੋਈ ਗੱਲ ਕਲੀਅਰ ਨਹੀਂ ਸੀ ਆ ਰਹੀ। ਪਹਿਲੀ ਵਾਰੀ ਬਰਮ ਚਲਾਨੀ ਨੂੰ ਉਹ ਮੇਰੇ ਕੋਲੇ ਠਹਿਰਿਆ ਸੀ, ਛੁਪਾਇਆ ਸੀਗਾ, ਮੇਰੇ ਘਰੇ ਹੀ ਠਹਿਰਿਆ ਸੀ ਉਹ, ਤੇ ਪਤਾ ਨਹੀਂ ਲੱਗਿਆ ਸੀ ਉਹਦਾ। ਮੈਂ ਹੀ ਨਾਲ ਲੈ ਗਿਆ ਸੀ ਉਸ ਨੂੰ ਗ੍ਰੀਨ ਐਵਨਿਊ 'ਚ। ਫਿਰ ਅਸੀਂ ਉਸ ਨੂੰ ਬਾਹਰ ਕੱਢਿਆ ਤਾਂ ਬੱਸ ਉੱਤੇ ਪਹਿਲੀ ਬੱਸ ਗਈ, ਬਹੁਤ ਉੱਪਰ ਤੱਕ ਲੱਦੀ ਵੀ ਸੀ। ਉਹਨੂੰ ਮੈਂ ਜਲੰਧਰ ਭੇਜਤਾ। ਜਲੰਧਰ ਤੋਂ ਉਹਨੂੰ ਬਹੁਤ ਇਨਫੋਰਮੇਸ਼ਨ ਮਿਲੀ। ਇੱਥੋਂ ਫਿਰ ਉਹ ਹੈਲਪ ਲੈ ਕੇ ਉਹ ਸ਼ਿਮਲੇ ਚਲਾ ਗਿਆ। ਸ਼ਿਮਲੇ ਤੋਂ ਉਹਨੇ ਜਾ ਕੇ 12 ਤਰੀਕ ਨੂੰ ਖਬਰਾਂ ਭੇਜੀਆਂ ਵੀ ਘੱਟੋ ਘੱਟ 200 ਆਦਮੀ ਆਰਮੀ ਦਾ ਮਾਰਿਆ ਗਿਆ, 1200 ਸਿਵਲੀਅਨ ਅੰਦਰ ਮਾਰਿਆ ਗਿਆ। ਤਾਂ ਪਹਿਲੀ ਖਬਰ ਦੁਨੀਆ ਦੇ ਵਿੱਚ ਲੱਗੀ, ਤਾਂ ਫਿਰ ਉਹਦੇ 'ਤੇ ਕੇਸ ਦਰਜ ਹੋ ਗਿਆ ਅੰਮ੍ਰਿਤਸਰ। ਅਤੇ ਉਹ ਕੇਸ ਤਾਂ ਵੱਖਰੀ ਗੱਲ ਹੈ ਵੀ ਸਦਰ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ, ਜਿਹੜਾ ਅਸੀਂ ਭੁਗਤਦੇ ਵੀ ਰਹੇ ਹਾਂ ਉਹਦੇ ਨਾਲ। ਚਲੋ ਵੱਖਰੀ। ਅੱਛਾ, ਮੁੱਕਦੀ ਗੱਲ ਇਹ ਹੈ ਵੀ ਫੌਜ ਦੇ ਮੁਤਾਬਕ 82 ਬੰਦੇ, 10 ਉਹਨਾਂ 'ਚ ਅਫੀਸਰ ਸੀ, ਜਿਹੜੇ 10-12 ਅਫੀਸਰ ਸੀ, ਇਹ ਮਾਰੇ ਗਏ। 280 ਦੇ ਨੇੜੇ ਤੇੜੇ, 82 ਦੇ ਨੇੜੇ ਤੇੜੇ ਜਿਹੜੇ ਇਹ ਕਹਿੰਦੇ ਵੀ ਸਾਡੇ ਜ਼ਖਮੀ ਹੋਏ ਆ। ਪਰ ਬਹੁਤ ਗਿਣਤੀ ਇਦੋਂ ਜ਼ਿਆਦਾ ਹੈ, ਜਿਹੜੀ ਅਜੇ ਤੱਕ ਵੀ ਪੂਰੀ ਤਰ੍ਹਾਂ ਕਲੀਅਰ ਨਹੀਂ ਆਈ। ਗਿਣਤੀ ਦੇ ਮੁਤਾਬਕ ਕੋਈ ਕਹਿੰਦਾ ਵੀ ਘੱਟੋ ਘੱਟ ਇੱਕ ਵਾਰੀ ਰਾਜੀਵ ਗਾਂਧੀ ਨੇ ਆਪਣੇ ਪਬਲਿਕ ਮੀਟਿੰਗ ਵਿੱਚ ਕਿਹਾ ਸੀ ਵੀ ਤੁਸੀਂ ਵੇਖੋ ਜੀ, ਉੱਥੇ ਅੰਦਰੋਂ ਸਾਡੇ 'ਤੇ ਇੰਨੀ ਗੋਲੀ ਚੱਲੀ, ਸਾਡਾ 700 ਫੌਜੀ ਮਾਰਿਆ ਗਿਆ। ਹੁਣ ਜ਼ਖਮੀ ਵੀ ਉਹਨੇ ਗਿਣੇ, ਜਾਂ ਇੱਕ ਪਬਲਿਕ ਲੈਵਲ 'ਤੇ ਇੱਕ ਲੋਕਾਂ ਨੂੰ
ਭੜਕਾਉਣ ਲਈ ਉਹਨੇ ਭਾਸ਼ਣ 'ਚ ਕਿਹਾ, ਇਹ ਨਹੀਂ ਕਹਿ ਸਕਦੇ। ਉਹਨੇ ਰਾਜੀਵ ਗਾਂਧੀ ਨੇ ਪ੍ਰਾਈਮ ਮਿਨਿਸਟਰ ਹੁੰਦੇ ਹੋਏ ਕਿਹਾ ਸੀਗਾ 5-7 ਮਹੀਨੇ ਬਾਅਦ ਤੱਕ ਇਹ ਗੱਲ। ਤੇ ਪੂਰੀ ਫਿਗਰ ਹੈ ਨਹੀਂ, ਪਰ ਕਿਹਾ ਜਾਂਦਾ ਜਿਹੜੀਆਂ ਹੋਰ ਕਿਤਾਬਾਂ ਰਾਹ ਦਾ ਜਿਹੜਾ ਉਸ ਵੇਲੇ ਦਾ ਜਿਹੜੀ ਬਹੁਤ ਵੱਡੀ ਆਪਣੀ ਏਜੰਸੀ ਹੈ ਨਾ ਇੰਟੈਲੀਜੈਂਸ ਏਜੰਸੀ IB ਤੇ ਰਾਹ ਦਾ ਜਿਹੜਾ ਚੀਫ ਰਿਹਾ, ਕਾਫੀ ਵੱਡੇ ਅਹੁਦੇ ਤੇ ਰਿਹਾ, GBS ਸਿੱਧੂ, ਉਹਦੀ ਕਿਤਾਬ 1.5 ਸਾਲ 2 ਸਾਲ ਪਹਿਲਾਂ ਆਈ ਹੈ। ਉਹਨੇ ਕਿਹਾ ਵੀ ਬੰਦੇ ਘੱਟੋ ਘੱਟ 200 ਦੇ ਨੇੜੇ ਤੇੜੇ ਫੌਜੀ ਬੰਦਾ ਮਾਰਿਆ ਗਿਆ। ਇੱਕ ਉਦੋਂ ਪਿੱਛੋਂ ਬਰਾੜ ਦੇ ਨਾਂ ਉੱਤੇ ਇੱਕ ਪੰਜਾਬੀ ਦੀ ਕਿਤਾਬ ਵੀ ਆਈ ਜਿਹਦੇ 'ਚ ਕਹਿੰਦੇ 20,000 ਫੌਜੀ ਮਾਰਿਆ ਗਿਆ। ਇਹੋ ਜਿਹੀ ਕੋਈ ਗੱਲ ਨਹੀਂ ਹੈ। ਫੌਜੀ ਜਿੰਨੇ ਉਹ ਕਹਿੰਦੇ ਆ ਉਦੋਂ ਵੱਧ ਤੋਂ ਵੱਧ ਡਬਲ ਹੋ ਸਕਦੀ ਹੈ ਗਿਣਤੀ ਜਿੰਨਾ ਫੌਜ ਨੇ ਕਿਹਾ। ਤੇ ਹਜੇ ਤੱਕ ਸਾਰੇ ਸੂਤਰਾਂ ਮੁਤਾਬਕ ਰਮੇਸ਼ ਇੰਦਰ ਦੀ ਕਿਤਾਬ ਹੁਣੇ ਆਈ ਹੈ ਜਿਹੜੀ, ਉਹਦੇ 'ਚ ਵੀ ਉਹਨੇ ਕਿਹਾ ਮਾਰੇ ਗਏ ਬੰਦਿਆਂ ਦੀ ਗਿਣਤੀ ਉਹਨੇ 783 ਦਿੱਤੇ। ਅੱਜ ਹੀ ਅਖਬਾਰ ਵਿੱਚ ਉਹਦਾ ਰਿਵਿਊ ਛਪਿਆ। ਤਾਂ ਮੁੱਕਦੀ ਗੱਲ ਹੁਣ ਇਹ ਹੈ ਵੀ ਉਦੋਂ ਪਿੱਛੋਂ ਨਾਲ ਦੀ ਨਾਲ ਇਹਨਾਂ ਨੇ ਸਿੱਖਾਂ ਵਿੱਚ ਇੰਨਾ ਗੁੱਸਾ ਸੀ, ਬੋਡਰੋਜ ਆਪਰੇਸ਼ਨ ਸ਼ੁਰੂ ਕਰਤਾ। ਉਹ ਮਹੀਨਾ 1.5 ਮਹੀਨਾ ਚੱਲਿਆ। ਜਿਹੜੇ ਵੀ ਉਹਨਾਂ ਨੂੰ ਲੱਗਿਆ ਪਿੰਡਾਂ ਦੇ ਵਿੱਚ ਰੇਡ ਕਰਦੀ ਸੀ ਆਰਮੀ, ਘੱਟੋ ਘੱਟ 1 ਲੱਖ ਬੰਦਾ ਉਹਨਾਂ ਨੇ ਰੇਡ ਕਰਨ ਤੇ ਲਾਇਆ। ਇੱਕ ਗੱਲ ਮੈਂ ਸ਼ਾਇਦ ਭੁੱਲ ਗਿਆ ਵਿਚਾਲੇ ਕਹਿਣਾ ਵੀ ਜਦੋਂ ਇੱਥੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਉਹਦੇ ਨਾਲ ਬਰਾਬਰ 38 ਹੋਰ ਗੁਰਦੁਆਰਿਆਂ ਤੇ ਪੰਜਾਬ ਦਿਆਂ ਤੇ ਹਮਲਾ ਕੀਤਾ। 42 ਦੱਸਣ ਦਾ 38 ਜਿਹੜੀ ਅਫੀਸ਼ੀਅਲ ਫਿਗਰ ਹੈ 38 ਦੱਸੀ ਜਾਂਦੀ ਹੈ। ਤਾਂ ਜਿੱਥੇ ਕਿ ਸੰਤ ਹੈ ਨਹੀਂ ਸੀ, ਸੰਤ ਵੇਖੋ ਕਹਿੰਦੇ ਅਸੀਂ ਸੰਤ ਕੱਢਣ ਲਈ ਕੀਤਾ, ਉੱਥੇ ਤਾਂ ਸੰਤ ਨਹੀਂ ਸੀ। ਹੁਣ ਜਿਵੇਂ ਦੂਖਨਵਾਰ ਪਟਿਆਲੇ ਵਿੱਚ ਸਰਕਾਰੀ ਲੈਵਲ ਤੇ ਇਹਨਾਂ ਨੇ ਕਿਹਾ 26 ਬੰਦੇ ਮਾਰੇ ਗਏ ਆ, 26 ਮਾਰੇ ਗਏ ਆ, ਪਰ ਜਿਹੜਾ ਰਜਿੰਦਰਾ ਹਸਪਤਾਲ ਦੀ ਰਿਪੋਰਟ ਹੈ ਉੱਥੇ 56 ਲਾਸ਼ਾਂ ਆਈਆਂ, 56 ਬੰਦੇ ਮਾਰੇ ਗਏ ਆ। ਸੋ ਥਾਂ ਤੇ ਬੰਦੇ ਮਾਰੇ ਗਏ ਆ ਤੇ ਬਹੁਤੇ ਹੈ ਨਹੀਂ ਸੀ। ਜਾਂ 2 ਮੁਕਤਸਰ ਮਾਰੇ ਗਏ, ਮੋਗੇ ਮਾਰੇ ਗਏ, ਪਟਿਆਲਾ ਮਾਰੇ ਗਏ, ਇਹ ਥੋੜ੍ਹੇ ਜਿਹੇ ਥਾਵਾਂ ਤੇ ਬੰਦੇ ਮਾਰੇ ਗਏ, ਪਰ ਇੰਨੇ ਗੁਰਦੁਆਰਿਆਂ ਉੱਤੇ ਬਰਾਬਰ ਦਾ ਹਮਲਾ ਕੀਤਾ। ਤਾਂ ਇਹਦੇ ਤੋਂ ਸਪਸ਼ਟ ਗੱਲ ਇਹ ਲੱਗਦੀ ਹੈ ਵੀ ਇਹ ਜਿਹੜਾ ਨਾਬਰੀ ਸੀ ਕਿ ਨਾ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਨਾਬਰੀ ਹੈ, ਉਹਨੂੰ ਰਗੜਨ ਲਈ, ਉਹਨੂੰ ਕੁਚਲਣ ਲਈ ਇਹ ਸਾਰਾ ਕੁਝ ਕੀਤਾ ਸੀਗਾ। ਜਾਂ ਇਹਦੇ ਨਾਲ ਅਸੀਂ ਇਹ ਵੀ ਕਹਿ ਸਕਦੇ ਹਾਂ ਵੀ ਜਿਹੜਾ ਉਸ ਮੌਕੇ ਤੇ ਇਹ ਜਿਹੜਾ ਹੁਣ ਅਸੀਂ ਕਹਿ ਸਕਦੇ ਜਿਹੜਾ ਹਿੰਦੂਸ ਜਿਹੜਾ ਮਤਲਬ ਕਿ ਵੀ ਇੰਦਰਾ ਗਾਂਧੀ ਨੇ ਮਿਨੋਰਿਟੀ ਉੱਤੇ, ਘੱਟ ਗਿਣਤੀ ਉੱਤੇ ਹਮਲਾ ਕਰਕੇ ਜਾਂ ਉਹਦੇ ਧਾਰਮਿਕ ਸਥਾਨ ਉੱਤੇ ਹਮਲਾ ਕਰਕੇ ਜਾਂ ਪੰਜਾਬ ਨੂੰ ਵੱਖਰਾ ਕੱਢ ਕੇ ਉਹਦੇ ਤੇ ਹਮਲਾ ਕਰਕੇ ਜਿਹੜਾ ਬਹੁ ਗਿਣਤੀ ਦੇਸ਼ ਹੈ ਉਸ ਨੂੰ ਉੱਥੇ ਆਪਦਾ ਵੋਟ ਬੈਂਕ ਤਿਆਰ ਕਰਨ ਦੀ ਕੋਸ਼ਿਸ਼ ਕੀਤੀ। ਉਹ ਵੋਟ ਬੈਂਕ ਉਹਦਾ ਤਿਆਰ ਵੀ ਹੋ ਵੀ ਗਿਆ ਸੀ। ਇਸ ਕਰਕੇ ਜਦੋਂ ਨਵੰਬਰ ਉਸੇ ਸਾਲ ਹੀ 84 'ਚ ਇਲੈਕਸ਼ਨਾਂ ਹੋਈਆਂ, ਨਵੰਬਰ ਦਸੰਬਰ 'ਚ ਪਿਛਲੇ 'ਚ ਉਹ ਕੁਝ ਮਹੀਨਿਆਂ ਬਾਅਦ ਹੀ, ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਕਾਂਗਰਸ ਕੋਲੇ ਆਈਆਂ। 40% ਤੋਂ ਉੱਤੇ ਵੋਟ ਸ਼ੇਅਰ ਹੋ ਗਿਆ ਸੀ ਉਹਨਾਂ ਦਾ, ਵੋਟਾਂ ਦੇ ਉਹਨਾਂ ਨੂੰ ਪਈਆਂ ਜਿਹੜੀਆਂ ਪੋਲਡ ਵੋਟਾਂ ਦੇ ਵਿੱਚੋਂ 404 ਸੀਟਾਂ। ਉਹਦਾ ਕਦੇ ਨਾਨਾ ਵੀ ਰਾਜੀਵ ਗਾਂਧੀ ਦਾ ਜਵਾਹਰ ਲਾਲ ਨਹਿਰੂ ਨਹੀਂ ਸੀ ਲਿਜਾ ਸਕਿਆ ਜਿੰਨੀਆਂ ਸੀਟਾਂ ਉਹਨੂੰ ਮਿਲੀਆਂ, ਜਿਹੜਾ ਕਿ ਆਜ਼ਾਦੀ ਤੋਂ 16-17 ਸਾਲ ਪਹਿਲਾਂ ਵੀ ਲੀਡਰ ਸੀ ਤੇ 17 ਸਾਲ ਪ੍ਰਾਈਮ ਮਿਨਿਸਟਰ ਵੀ ਰਿਹਾ ਉਹ। ਤੋ ਇਸ ਕਰਕੇ ਇਹ ਸਾਰਾ ਕੁਛ, ਪਰ ਇੱਕ ਗੱਲ ਬਹੁਤ ਵੱਡਾ ਨੁਕਸਾਨ ਇਹ ਗੱਲ ਦਾ ਹੋਇਆ ਜਿਹੜਾ ਕਿ ਦੇਸ਼ ਨੂੰ ਹੋਇਆ। ਸਿੱਖਾਂ ਨੇ ਕੁਰਬਾਨੀ ਦਿੱਤੀ ਹੈ, ਸਿੱਖਾਂ ਦਾ ਲਹੂ ਡੁੱਲਿਆ, ਦਰਬਾਰ ਸਾਹਿਬ ਉੱਤੇ ਹਮਲਾ ਹੋਇਆ। ਇਹ ਸਾਰੇ ਦਾ ਭਾਵੇਂ ਉਹਨਾਂ ਨੇ ਬਹੁਤ ਵੱਡਾ ਮੁੱਲ ਤਾਰਿਆ, ਪਰ ਦੇਸ਼ ਨੂੰ ਬੜਾ ਮਹਿੰਗਾ ਪਿਆ। ਉਸ ਦੇ ਪਿੱਛੋਂ ਦੇਸ਼ ਦੀ ਜਿਹੜੀ ਹੁਣ ਰਾਜ ਸੱਤਾ ਸੀ ਉਹ ਮੈਜੋਰੀਟੇਰੀਅਨ ਬਣ ਗਈ ਹੈ। ਮੈਜੋਰੀਟੇਰੀਅਨ ਸਮਝਦੇ ਵੀ ਬਹੁਤ ਗਿਣਤੀ ਜਮਹੂਰੀਅਤ ਹੋ ਗਈ ਹੈ, ਵੀ ਹਿੰਦੂਆਂ ਦੀ ਇੱਥੇ ਦੇ ਵਿੱਚੋਂ ਇਲੈਕਸ਼ਨ ਹੁੰਦੀ ਹੈ, ਉਹਨਾਂ ਦੀਆਂ ਸਰਕਾਰਾਂ ਬਣਦੀਆਂ। ਜਿਵੇਂ ਹੁਣ ਇੱਥੇ ਮੁਸਲਮਾਨ ਹੈ 15-16%, ਉਹਨਾਂ ਦਾ ਵੋਟ ਵੀ ਨਹੀਂ ਮੰਗੀ ਜਾਂਦੀ, ਉਹਨਾਂ ਦਾ MP ਵੀ ਹੈ ਨਹੀਂ। ਹੁਣ ਉਹਨਾਂ ਦਾ MP ਕਿਸੇ ਇੱਕ ਅੱਧੀ ਪਾਰਟੀ ਵੱਲੋਂ 2 MP ਆ ਸਾਰੀ ਪਾਰਲੀਮੈਂਟ 'ਚ 540 'ਚ। ਇਹਦਾ ਮਤਲਬ ਵੀ ਮੈਜੋਰਿਟੀ ਦੀ ਹੈ, ਹਿੰਦੂ ਸਮਾਜ ਦੀ ਹੋਈ, ਬਹੁਤ ਗਿਣਤੀ ਦੀ ਹੋਈ ਇਹ ਗੌਰਮੈਂਟ ਹੋ ਗਈ ਕਿ ਨਾ ਇੱਥੇ। ਇਹਨੂੰ ਅਸੀਂ ਮੈਜੋਰੀਟੇਰੀਅਨ ਜਾਂ ਬਹੁਤ ਗਿਣਤੀ ਰਾਜ ਪ੍ਰਬੰਧ ਕਹਿੰਦੇ ਆ। ਇਹ ਜਮਹੂਰੀਅਤ ਨਹੀਂ ਹੁੰਦਾ। ਜਿਵੇਂ ਹੁਣ ਪਾਕਿਸਤਾਨ 'ਚ ਹੈ, ਪਾਕਿਸਤਾਨ ਵਿੱਚ ਵੀ ਇਸਲਾਮਿਕ ਜਾਂ ਮੁਸਲਮਾਨਾਂ ਦੀ ਜਮਹੂਰੀਅਤ ਹੁੰਦੀ ਹੈ ਤੇ ਉੱਥੇ ਜਿਹੜੀਆਂ ਘੱਟ ਗਿਣਤੀ ਉਹਨਾਂ ਦਾ ਕੋਈ ਨਾਂ ਹੀ ਨਹੀਂ ਹੁੰਦਾ। ਇੱਥੇ ਵੀ ਮੁਸਲਮਾਨ ਘੱਟ ਗਿਣਤੀ, ਸਿੱਖ ਘੱਟ ਗਿਣਤੀ, ਹੋਰ ਘੱਟ ਗਿਣਤੀਆਂ ਜਿੰਨੀਆਂ ਵੀ ਹੈ ਤਾਂ ਜਦ ਦਲਿਤ ਹੈ ਉਹਨਾਂ ਦਾ ਕੋਈ ਨਾਂ ਤੇ ਹੀ ਨਹੀਂ ਹੈ। ਇਸ ਕਰਕੇ ਇਹ ਜਿਹੜਾ ਸਹੀ ਡੈਮੋਕ੍ਰੇਸੀ ਹੈ ਉਹ ਸਾਡੀ ਖਤਮ ਹੋ ਗਈ ਸਾਰੀ, ਉਹਦਾ ਮੁੱਲ ਤਾਰਨਾ ਪਿਆ। ਉਦੋਂ ਪਿੱਛੋਂ ਉਹ ਸਾਨੂੰ ਯਾਦ ਹੈ ਸਾਰਾ, ਅਸੀਂ ਸਾਰੇ ਉਦੋਂ ਪਹਿਲਾਂ ਦਾ ਮੈਂ ਪੱਤਰਕਾਰੀ ਦੇ ਵਿੱਚ ਹੈ ਤੇ ਕਿਸੇ ਕੋਲੇ ਬਾਡੀਗਾਰਡ ਨਹੀਂ ਸੀ ਹੁੰਦੇ।
ਹੁਣ ਹਰੇਕ ਬੰਦਾ ਬਾਡੀਗਾਰਡਾਂ 'ਚ ਹੈ, ਤੇ ਉਦੋਂ ਪੰਜਾਬ 'ਚ ਵੀ ਨਹੀਂ ਸੀ ਹੁੰਦਾ ਕਿਸੇ ਕੋਲ ਬਾਡੀਗਾਰਡ, ਬਾਹਰ ਵੀ ਨਹੀਂ ਸੀ ਹੁੰਦੇ ਕਿਸੇ ਕੋਲੇ, ਕਿਸੇ ਲੀਡਰ ਵੱਡੇ ਕੋਲੇ ਵੀ ਨਹੀਂ ਸੀ ਹੁੰਦੇ। ਤੁਸੀਂ ਕਹਿ ਸਕਦੇ ਹੋ ਵੀ ਅਸੀਂ ਬਾਦਲ ਨਾਲ ਉਦੋਂ ਪਹਿਲਾਂ 80 ਵਿੱਚ ਅਸੀਂ ਉਹਦੇ 2 ਪੱਤਰਕਾਰ ਉਹਦੇ ਨਾਲ ਕਿਹਾ, ਕਹਿੰਦਾ ਚਲੋ ਮੈਂ ਚੱਲਦਾ, ਮੈਂ ਬਠਿੰਡੇ ਤੋਂ ਅਸੀਂ ਫਿਰੋਜ਼ਪੁਰ ਆਉਣਾ ਸੀ, ਮੈਚ ਹੋ ਰਿਹਾ ਸੀ ਰਸ਼ੀਅਨ ਟੀਮ ਦਾ, ਕਹਿੰਦਾ ਚਲੋ ਮੇਰੇ ਨਾਲ। ਕੋਈ ਬਾਡੀਗਾਰਡ ਨਹੀਂ ਸੀ ਉਹਦੇ ਕੋਲੇ। ਅਸੀਂ ਉਹਦੀ ਕਾਰ 'ਚ ਪ੍ਰਕਾਸ਼ ਸਿੰਘ ਬਾਦਲ ਦੀ 'ਚ ਆਏ, ਬੈਠ ਕੇ ਦੋਨੋਂ ਜਣੇ ਤਿੰਨੇ ਜਣੇ। ਉਹਦੇ ਮੂਹਰੇ ਵਸੇ ਇੱਕ ਸਿਵਲ ਕੱਪੜਿਆਂ 'ਚ ਬੈਠਾ ਸੀ, ਇੱਕ ਡਰਾਈਵਰ ਚਲਾਉਂਦਾ ਸੀ। ਹੋ ਸਕਦਾ ਸਿਵਲ ਕੱਪੜੇ ਵਾਲਾ ਕੋਈ ਪੁਲਿਸ ਦਾ ਬੰਦਾ ਹੋਵੇ, ਪਰ ਅਸੀਂ ਕੋਈ ਵੱਡੇ ਬਾਡੀਗਾਰਡ ਨਹੀਂ ਦੇਖਿਆ। ਹੋਇਆ ਉਹਦੇ ਡੱਬ 'ਚ ਕੋਈ ਪਿਸਤੌਲ ਹੋਏਗਾ, ਰਿਵਾਲਵਰ ਹੋਏਗਾ ਸਰਕਾਰੀ, ਪਰ ਐਂ ਵੱਡੇ ਹਥਿਆਰ ਜਿਹੜੇ ਇਸ ਲੈਵਲ ਦੇ ਆਏ ਨਹੀਂ ਸੀ ਹੁੰਦੇ। ਹੁਣ ਉਹਦੇ ਕੋਲੇ 1000 ਬੰਦਾ ਜ਼ੈਡ ਪਲੱਸ ਸਿਕਿਉਰਿਟੀ, 1000 ਬੰਦਾ ਬਾਦਲ ਕੋਲੇ ਆ। ਤਾਂ ਚਲੋ ਅੱਛਾ, ਮੁੱਕਦੀ ਗੱਲ ਇਹ ਹੋਈ ਹੈ ਵੀ ਉਹ ਜਿਹੜਾ ਮੁੱਲ ਤਾਰਿਆ, ਉਹਦਾ ਕਾਰਨ ਇਹ ਹੋਇਆ ਵੀ ਸਿੱਖਾਂ ਨੂੰ 47 ਤੋਂ ਪਹਿਲਾਂ ਵਾਪਸ ਆ ਕੇ 47 ਦੇ ਵਿੱਚ ਜਿਹੜਾ ਇਸ ਦੇਸ਼ ਵਿੱਚ ਸਹੀ ਡੈਮੋਕ੍ਰੇਸੀ ਬਣਨੀ ਸੀ, ਮਿਨੋਰਿਟੀਆਂ ਨੂੰ ਹਰੇਕ ਜਿਹੜਾ ਛੋਟੇ ਸੀਗੇ ਗਰੁੱਪ ਪਾਪੂਲੇਸ਼ਨ ਦੇ, ਉਹਨਾਂ ਨੂੰ ਨਾ ਬਣਦਾ ਰਾਜ ਪ੍ਰਬੰਧ 'ਚ ਹਿੱਸਾ ਦੇਣ ਦੀ ਬਜਾਏ ਇਹਨਾਂ ਨੇ ਹਿੰਦੂ ਪੁਆਇੰਟ ਆਫ ਵਿਊ ਤੋਂ ਹਿੰਦੂਤਵ ਦਾ ਥੋੜ੍ਹਾ ਜਿਹਾ ਜੋਸ਼ ਸ਼ੁਰੂ ਹੋ ਗਿਆ, ਤੇ ਇੱਕ ਨੇਸ਼ਨ ਖੜੀ ਕਰਨੀ ਸ਼ੁਰੂ ਕਰਤੀ ਇਹਨਾਂ ਨੇ। ਨੇਸ਼ਨ, ਕੌਮ, ਹੁਣ ਹਿੰਦੂ ਰਾਸ਼ਟਰ ਖੜਾ ਕਰਨਾ ਸ਼ੁਰੂ ਹੋ ਗਿਆ। ਉਹ ਕੌਮ ਦਾ ਜਿਹੜਾ ਪ੍ਰੋਸੈਸ 70-80 ਸਾਲ ਪਹਿਲਾਂ ਚੱਲਿਆ ਸੀ, ਉਹ ਕੌਮ ਦਾ ਪ੍ਰੋਸੈਸ ਹੁਣ ਮੋਦੀ ਕੋਲੇ ਹਿੰਦੂ ਰਾਸ਼ਟਰ ਵਾਲੀ ਸਾਰੀ ਉਹ ਹੈਗੀ ਹੈ। ਹਿੰਦੂ ਰਾਸ਼ਟਰ ਲੈਵਲ ਉੱਤੇ ਉਹ ਨਾ ਕਿਸੇ ਮਿਨੋਰਿਟੀ ਦਾ ਸਵਾਲ ਕਰਦੇ ਆ। ਇਹ ਇਹਦਾ ਕਾਰਨ ਹੈ ਸਾਡਾ। ਇਸੇ ਕਰਕੇ ਅਸੀਂ ਪੰਜਾਬੀ ਸੂਬਾ ਸਿੱਖਾਂ ਨੇ ਮੰਗਿਆ। ਪੰਜਾਬੀ ਸੂਬੇ ਦੇ ਪਿੱਛੇ ਵੀ ਸੀ ਵੀ ਉਦੋਂ ਬੇਪਰਵਾਹ ਕਰਨੋਂ ਹਟ ਗਏ ਸੀਗੇ ਸਾਰੀ ਗੱਲ ਦੇ ਉੱਤੇ, ਤੇ ਪੰਜਾਬ ਨਾਲ ਵਿਤਕਰੇ ਵੀ ਹੋਏ ਲੰਬੇ ਚੌੜੇ, ਪਾਣੀਆਂ ਦੀ ਵੰਡ 'ਚ ਵੀ ਵਿਤਕਰਾ ਹੋਇਆ, ਤੇ ਪੰਜਾਬੀ ਬੋਲਦੇ ਇਲਾਕੇ ਵੀ ਬਾਹਰ ਰੱਖੇ ਗਏ। ਆ ਚੰਡੀਗੜ੍ਹ ਵੀ ਪੰਜਾਬ ਦਾ ਕੈਪੀਟਲ ਸੀ, ਇਹ ਤੋਂ ਬਾਹਰ ਰੱਖਿਆ ਗਿਆ। ਤੇ ਫਿਰ ਉਹਦੇ ਜਿਹੜੇ ਹਾਈਡਲ ਵਰਕ ਸੀ, ਜਿਵੇਂ ਭਾਖੜਾ ਡੈਮ, ਹੋਰ ਸਾਰੇ ਬਣਾਏ ਸੀਗੇ, ਪਾਵਰ ਹਾਈਡਲ ਪਾਵਰ ਸੀ ਸਾਰੀ, ਉਹ ਵੀ ਸਾਰੇ ਦੇ ਸਾਰੇ ਪੰਜਾਬ ਤੋਂ ਬਾਹਰ ਖੋਲ੍ਹੇ ਗਏ। ਤੇ ਪੰਜਾਬ ਨੂੰ ਇੱਕ ਤਰੀਕੇ ਨਾਲ ਇਹ ਪੂਰੀ ਫੁੱਲ ਫਲੈਜਡ ਸਟੇਟ ਨਹੀਂ ਹੈ, ਇਹ ਇੱਕ ਅਧੂਰੀ ਸਟੇਟ ਹੈ ਪੰਜਾਬ ਦੂਜੀਆਂ ਸਟੇਟਾਂ ਦੇ ਮੁਕਾਬਲੇ ਵਿੱਚ, ਜਿਹੜੇ ਹੋਰ ਸਾਰੀਆਂ ਸਟੇਟਾਂ ਬਣਾਈਆਂ। ਤੇ ਪੰਜਾਬ ਦੀ ਵੰਡ, ਜਿਹੜੀ ਪੰਜਾਬ ਦੀ ਰੀਡਮਾਰਕੇਸ਼ਨ ਹੋਣੀ ਸੀ, ਦੁਬਾਰਾ ਹੱਦਬੰਦੀ ਹੋਣੀ ਸੀ, ਉਹ ਲੈਂਗੁਏਜ ਬੇਸ ਉੱਤੇ ਬਾਕੀ ਸਾਰੇ ਸੂਬਿਆਂ ਦੀ 1956 'ਚ ਕਰਾਤੀ ਸੀ। ਇਹਨਾਂ ਦੀ ਬੜੀ ਲੰਬੀ ਲੜਾਈ ਤੋਂ ਬਾਅਦ 1966 'ਚ ਸੂਬਾ ਬਣਿਆ, ਉਹ ਵੀ ਲੰਗੜਾ। ਸੋ ਇਸ ਕਰਕੇ ਇਹ ਸਾਰੇ ਵਿਤਕਰੇ ਦੇ ਵਿੱਚੋਂ ਉਹਨਾਂ ਦਾ ਜਿਹੜਾ ਸੀਗਾ ਵੀ ਇਹਨਾਂ ਦੀ ਨਾਬਰੀ ਨੂੰ ਕੱਟਣਾ ਸੀਗਾ, ਉਸੇ ਵਿੱਚੋਂ ਹੀ ਸਾਰਾ ਕੁਛ ਨਿਕਲਿਆ। ਉਹ ਨਾਬਰੀ ਤਾਂ ਭਾਵੇਂ ਅੱਜ ਰੁੜ ਗਈ ਹੋਵੇ ਜਾਂ ਨਾ ਰਹੀ ਹੋਵੇ, ਪਰ ਇਹਦੇ ਵਿੱਚੋਂ ਟੋਟਲ ਦੇਸ਼ ਦਾ ਸਾਰਾ ਰਾਜਨੀਤਿਕ ਨੁਕਸਾਨ ਜਿਹੜਾ ਵੱਡਾ ਹੋਇਆ। ਜਮਹੂਰੀਅਤ ਨਹੀਂ ਰਹੀ। ਜਸਪਾਲ ਸਾਹਿਬ, ਤੁਸੀਂ ਇੱਕ ਕਿਤਾਬ ਵੀ ਲਿਖੀ ਹੈ ਜੂਨ 84 ਦੀ ਪੱਤਰਕਾਰੀ। ਉਸ ਕਿਤਾਬ ਦੇ ਵਿੱਚ ਤੁਸੀਂ ਉਹ ਕਿਹੜਾ ਸੱਚ ਹੈ ਜਿਹੜਾ ਦੱਸਣ ਦੀ ਖੇਚਲ ਕੀਤੀ ਹੈ? ਦੇਖੋ, ਮੈਂ ਕਿਤਾਬ ਲਿਖੀ ਹੈ, ਮੈਂ ਤਕਰੀਬਨ 2008 ਤੱਕ ਨੌਕਰੀ ਕਰਦਾ ਰਿਹਾ ਇੱਥੋਂ ਮੈਂ 86 ਤੱਕ ਇੱਥੇ ਕੀਤੀ। ਮੈਂ ਅੰਮ੍ਰਿਤਸਰ ਰਿਹਾ, ਅੰਮ੍ਰਿਤਸਰ ਸਾਰੇ। ਇਹ ਤੋਂ ਪਿੱਛੋਂ ਮੇਰੀ ਜਦੋਂ ਇਜਰਾਲ ਆਲਮ ਆ ਗਿਆ, ਉਹ ਬੜਾ ਔਖਾ ਸੀ ਮੇਰੇ ਤੇ। ਅਸੀਂ ਰਿਪੋਰਟਿੰਗ ਜਿਸ ਤਰੀਕੇ ਨਾਲ ਕਰਦੇ ਸੀ, ਹੋਰ ਵੀ ਸਾਰੇ ਸੀ, ਤੇ ਮੇਰੀ ਧੱਕੇ ਨਾਲ ਇਹਨਾਂ ਨੇ, ਸਰਕਾਰ ਨੇ ਜ਼ੋਰ ਜ਼ਾਰ ਲਾ ਕੇ ਮੇਰੀ ਬਦਲੀ ਕਰਾਤੀ। ਮੈਂ ਬਾਹਰ ਚਲਾ ਗਿਆ। ਉਦੋਂ ਬਾਅਦ ਫਿਰ ਮੈਂ ਦਿੱਲੀ ਰਿਹਾ। ਦਿੱਲੀ ਤੋਂ ਮੈਂ 20-21 ਸਾਲ ਦੀ ਨੌਕਰੀ ਕਰਕੇ ਰਿਟਾਇਰ ਹੋਇਆ। ਪਰ ਦਰਬਾਰ ਸਾਹਿਬ ਦਾ ਜਿਹੜਾ ਸਾਰਾ ਕੁਝ ਮੈਂ ਦੇਖਿਆ ਸੀ, ਉਹ ਮੇਰੇ ਨਾਲ ਤਾਜ਼ਾ ਪਿਆ ਸੀ। ਨੋਟਸ ਸੀ ਮੇਰੇ ਕੋਲੇ, ਸਾਰੀਆਂ ਗੱਲਾਂ ਉਵੇਂ ਮੇਰੇ ਨਾਲ ਸੀ। ਮੈਂ ਲਿਖ ਨਹੀਂ ਸੀ ਸਕਿਆ, ਨੌਕਰੀ ਵਜ੍ਹਾ ਜਾਂ ਹੋਰ ਕਈ ਕਾਰਨਾਂ ਕਰਕੇ। ਫਿਰ ਉਦੋਂ ਬਾਅਦ ਮੈਂ ਕਿਤਾਬ ਲਿਖਣੀ ਸ਼ੁਰੂ ਕੀਤੀ ਮੋਟੇ ਲੈਵਲ 'ਤੇ। ਮੈਂ ਕੋਈ 20 ਸਾਲ ਬਾਅਦ ਕਿਤਾਬ ਲਿਖੀ, ਉਹ ਸਾਰੇ ਆਪਦੇ ਐਕਸਪੀਰੀਅੰਸ ਦੇ ਬੇਸ ਆਧਾਰ ਉੱਤੇ। ਅਤੇ ਮੇਰੀ ਕੋਸ਼ਿਸ਼ ਇਹ ਸੀ ਵੀ ਹਰ ਸੱਚ ਜੋ ਮੇਰੇ ਕੋਲੇ ਹੈਗਾ, ਕੱਚੇ ਲੈਵਲ 'ਤੇ ਵੀ ਆ ਜਾਏ, ਉਹ ਮੈਂ ਸੱਚ ਜੋ ਮੈਂ ਦੇਖਿਆ ਸਾਰਾ ਕੁਝ ਦਿੱਤਾ। ਇਸ ਕਰਕੇ ਮੇਰੀ ਕਿਤਾਬ ਆਈ ਨੂੰ 5-7 ਸਾਲ ਹੋ ਗਏ ਹੈ ਛਪ ਕੇ ਆਈ ਨੂੰ। ਸਿੰਘ ਬ੍ਰਦਰ ਅੰਮ੍ਰਿਤਸਰ ਵਾਲਿਆਂ ਨੇ ਛਾਪੀ ਹੈ ਜੂਨ 84 ਦੀ ਪੱਤਰਕਾਰੀ। ਉਹਦੇ ਵਿੱਚ ਬੰਦੇ ਜਿਉਂਦੇ ਸੀ ਜਿਨ੍ਹਾਂ ਦੇ ਮੈਂ ਨਾਂ ਲਿਖ ਕੇ ਸਾਰੀ ਗੱਲ ਪਾਈ ਹੈ, ਪਰ ਕਿਸੇ ਨੇ ਕੋਈ ਉਸ ਨੂੰ ਤਰਦੀਦ ਨਹੀਂ ਕੀਤੀ, ਕਿਸੇ ਨੇ ਪ੍ਰੋਟੈਸਟ ਨਹੀਂ ਕੀਤਾ। ਮੇਰੀ ਸਾਰੀ ਕੋਸ਼ਿਸ਼ ਇਹ ਸੀ ਵੀ ਜਿਵੇਂ ਮੈਨੂੰ ਸੱਚ ਦਿਸਿਆ ਜਾਂ ਮਹਿਸੂਸ ਕੀਤਾ, ਮੈਂ ਉਸ ਸੱਚ ਨੂੰ ਲੋਕਾਂ ਦੇ ਸਾਹਮਣੇ ਇੱਕ ਓਰਲ ਹਿਸਟਰੀ ਕਹਿੰਦੇ ਹਾਂ ਇਹਨੂੰ ਅਸੀਂ, ਜਿਹੜਾ ਗੱਲਬਾਤ ਦੇ ਰਾਹੀਂ ਸਾਰੀ ਦਿੰਦੇ, ਉਹ ਸਾਰੀ ਓਰਲ ਹਿਸਟਰੀ ਮੈਂ ਦਿੱਤੀ ਹੈ ਅਤੇ ਕੋਸ਼ਿਸ਼ ਇਹੀ ਕੀਤੀ ਹੈ। ਇੱਕ ਦੂਜੀ ਕਿਤਾਬ ਫਿਰ ਪੱਤਰਕਾਰੀ ਨੇ ਬਹੁਤ ਜ਼ਿਆਦਾ ਪਿੜ ਬੰਨਿਆ
ਵੱਡੀ ਵੱਡੀ ਮਾੜੀ ਭੂਮਿਕਾ ਸੀ। ਸਿੱਖਾਂ ਨੂੰ ਦੈਂਤ ਜਿਹੜਾ ਕਿ ਪੇਸ਼ ਕਰਨ ਦੇ ਵਿੱਚ ਉਸ ਵੇਲੇ ਦੀ ਪੱਤਰਕਾਰੀ ਦਾ ਬਹੁਤ ਰੋਲ ਸੀ ਜ਼ਿਆਦੇ, ਜਿਹਦੇ ਵਿੱਚ ਦੋ ਤਿੰਨ ਗੱਲਾਂ ਬੜੇ ਜ਼ੋਰ ਸ਼ੋਰ ਨਾਲ ਪੇਸ਼ ਕਰਦੇ ਸੀਗੇ ਵੀ ਸਿੱਖ ਹੈ ਜਿਹੜੇ ਉਹ ਹਿੰਦੂਆਂ ਨੂੰ ਮਾਰਦੇ ਆ, ਨਾਲੇ ਹਾਲਾਂਕਿ ਸਿੱਖ ਜ਼ਿਆਦੇ ਮਰਿਆ ਸਾਰੇ ਦੌਰ ਦੇ ਵਿੱਚ, ਹਿੰਦੂ ਘੱਟ ਮਰੇ ਆ ਉਹ ਵੀ, ਪਰ ਹਿੰਦੂ ਘੱਟ ਮਰੇ ਆ। ਦੂਜਾ ਇਹ ਸੀ ਵੀ ਇਹ ਦਰਬਾਰ ਸਾਹਿਬ ਵਿੱਚ ਸਾਰੇ ਅਪਰਾਧੀ ਬਾਹਰ ਅਪਰਾਧ ਕਰਕੇ ਦਰਬਾਰ ਸਾਹਿਬ ਵਿੱਚ ਅਪਰਾਧੀਆਂ ਦਾ ਅੱਡਾ ਬਣ ਗਿਆ। ਇੱਕ ਤਾਂ ਇਹ ਬਹੁਤ ਜ਼ਿਆਦਾ ਪ੍ਰੈਸ ਨੇ ਉੱਥੇ ਖੂਬ ਉਛਾਲਿਆ। ਤੀਸਰੀ ਗੱਲ ਇਹ ਸੀ ਵੀ ਇਹ ਦੇਸ਼ ਨੂੰ ਤੋੜਨ ਨੂੰ ਫਿਰਦੇ ਆ। ਹਾਂ, ਜੇ ਇਸੇ ਦੇਸ਼ ਤੇ ਤਾਂ ਹੀ ਦੇਸ਼ ਦੀ ਅਖੰਡਤਾ ਤੇ ਏਕਤਾ ਰੱਖਣ ਲਈ ਇੰਦਰਾ ਗਾਂਧੀ ਨੇ ਨਾਅਰੇ ਲਾਏ। ਚੌਥੀ ਗੱਲ ਸੀ ਵੀ ਇਹ ਪਾਕਿਸਤਾਨ ਦੇ ਕਹੇ ਕਰ ਰਹੇ ਆ ਸਾਰੇ। ਜਦੋਂ ਪਾਕਿਸਤਾਨ ਦਾ ਨਾਂ ਲਵੋ ਤਾਂ ਫਿਰ ਨਫ਼ਰਤ ਘਿਰਨਾ ਸਾਰੇ ਦੇਸ਼ 'ਚ ਭਰ ਜਾਂਦੀ ਹੈ। ਉਹ ਸਿੱਖਾਂ ਵਿਰੁੱਧ ਭਰ ਗਈ ਸੀ। ਉਹ ਸਾਰਾ ਜਿਹੜਾ ਸਿੱਖਾਂ ਨੂੰ ਦੈਂਤ ਲੈਵਲ ਤੇ, ਦਾਨਵ ਲੈਵਲ ਤੇ, ਟੈਰਰਿਸਟ ਲੈਵਲ ਤੇ ਜਿਹੜਾ ਪੇਸ਼ ਕੀਤਾ, ਉਹਦੇ ਵਿੱਚ ਸਾਡੇ ਪ੍ਰੈਸ ਦੀ ਬਹੁਤ ਵੱਡੀ ਮਾੜੀ ਭੂਮਿਕਾ ਹੈ। ਤੇ ਮੈਂ ਇਹਦੇ ਉੱਤੇ ਕਿਤਾਬ ਅੰਗਰੇਜ਼ੀ 'ਚ ਵੀ ਲਿਖੀ ਹੈ, ਐਮਬੈਡਡ ਜਰਨਲਿਜ਼ਮ ਪੰਜਾਬ। ਸੋ ਇਹ ਸਾਰਾ ਬਰਤਾਂਤ ਹੈ। ਸੋ ਬਹੁਤ ਬਹੁਤ ਧੰਨਵਾਦ ਜਸਪਾਲ ਸਾਹਿਬ। ਸੋ ਮੈਂ ਦੁਬਾਰਾ ਫਿਰ ਦੱਸ ਦੇਵਾਂ ਕਿ ਇਹ ਸਨ UNI ਦੇ ਪੱਤਰਕਾਰ ਜਸਪਾਲ ਸਿੰਘ, ਜਿਨ੍ਹਾਂ ਨਾਲ ਅਸੀਂ ਤੀਜੇ ਘੱਲੂਘਾਰੇ ਤੇ ਗੱਲਬਾਤ ਕੀਤੀ ਹੈ। ਸੋ ਦੇਖਦੇ ਰਹੋ ਸਟਾਰ ਕੈਨੇਡਾ TV। ਤਦ ਤੱਕ ਮੈਨੂੰ ਯਾਨੀ ਕਿ ਮੱਖਣ ਸਿੰਘ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।